ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਆਪ ਦੀ ਗਿਆਤ ਲਈ ਅਰਜ਼ ਕਰਾਂ, ਦੁਹਰਾਵਾਂ। ਸਰੀਰ ਨੂੰ ਭੱਜਣ ਦੌੜਨ ਵਾਸਤੇ ਅਸਥਾਨ ਚਾਹੀਦਾ ਹੈ, ਮਨ ਨੂੰ ਭੱਜਣ ਦੌੜਨ ਵਾਸਤੇ ਸਮਾਂ ਚਾਹੀਦਾ ਹੈ, ਕਾਲ ਚਾਹੀਦਾ ਹੈ। ਇੱਥੇ ਬੈਠਾ ਬੈਠਾ ਵੀ ਮਨ ਦੌੜ ਰਿਹਾ, ਤੋ ਸਮੇਂ 'ਚ ਦੌੜ ਰਿਹਾ, ਵਕਤ 'ਚ ਦੌੜ ਰਿਹਾ। ਕੁਝ ਗੁਜ਼ਰੇ ਹੋਏ ਸਮੇਂ ਦੇ 'ਚ ਦੌੜ ਰਿਹਾ, ਕੁਝ ਆਉਣ ਵਾਲੇ ਸਮੇਂ 'ਚ ਦੌੜ ਰਿਹਾ। ਮਨ ਦੌੜਦਾ ਹੈ, ਮਨ ਭੱਜਦਾ ਹੈ ਸਮੇਂ ਦੇ 'ਚ, ਕਾਲ ਦੇ 'ਚ। ਅੰਤਰੀਵ ਤੀਰਥ ਕਾਲ ਦੇ 'ਚ ਨਹੀਂ ਹੈ, ਅਕਾਲ ਦੇ 'ਚ ਹੈ। ਕਾਲ ਤੇ ਅਕਾਲ ਦੇ ਵਿਚਕਾਰ ਇੱਕ ਦਰਵਾਜ਼ਾ ਹੈ, ਦੁਆਰ ਹੈ, ਵਰਤਮਾਨ। ਕਦੀ ਕਦੀ ਮਨੁੱਖ ਪਾਠ ਕਰਦੇ ਹੋਇਆ, ਜਪ ਕਰਦੇ ਹੋਇਆ, ਕੀਰਤਨ ਕਰਦੇ ਹੋਇਆ, ਕੀਰਤਨ ਸੁਣਦੇ ਹੋਇਆ ਵਰਤਮਾਨ ਤੱਕ ਪਹੁੰਚਦਾ ਹੈ, ਦਰਵਾਜ਼ੇ ਤੱਕ ਪਹੁੰਚਦਾ ਹੈ, ਫਿਰ ਵਾਪਸ ਆ ਜਾਂਦਾ, ਕਿਉਂਕਿ ਢਲਾਨ ਹੈ। ਅਕਾਲ ਚੜਾਈ ਹੈ, ਇੱਕ ਔਗਟ ਘਾਟੀ ਰਾਮ ਕੀ, ਤੇ ਚੜ ਰਹੇ ਹੋ ਕਬੀਰ। ਵਰਤਮਾਨ ਤੋਂ ਅੱਗੇ ਚੜਾਈ ਹੈ, ਥੱਲੇ ਢਲਾਨ ਹੈ। ਜੈਸੇ ਨਿਵਾਣ ਵਿੱਚ ਪਾਣੀ ਆਪਣੇ ਆਪ ਜਾਂਦਾ ਹੈ, ਪਰ ਚੜਾਈਆਂ ਤੇ ਬਿਨਾਂ ਪ੍ਰੈਸ਼ਰ ਤੋਂ ਨਹੀਂ ਜਾਏਗਾ। ਮਨ ਕਾਲ ਦੇ 'ਚ ਆਪਣੇ ਆਪ ਜਾਂਦਾ ਹੈ, ਬੈਠਾ ਬੈਠਾ ਵੀ ਕਾਲ ਦੇ 'ਚ ਭੱਜ ਰਿਹਾ, ਦੌੜ ਰਿਹਾ, ਢਲਾਨ ਹੈ। ਕਿਸੇ ਦੀ ਪ੍ਰੇਰਨਾ ਦੀ ਲੋੜ ਨਹੀਂ, ਕੋਈ ਸਾਧਨਾ ਦੀ ਲੋੜ ਨਹੀਂ, ਮਨ ਆਪੇ ਹੀ ਜਾਂਦਾ ਹੈ। ਜੈਸੇ ਪਾਣੀ ਆਪੇ ਹੀ ਜਾਂਦਾ ਹੈ ਢਲਾਨ ਦੀ ਤਰਫ, ਪਰ ਚੜਾਈਆਂ ਦੀ ਤਰਫ ਪਾਣੀ ਆਪੇ ਨਹੀਂ ਜਾਏਗਾ, ਆਪਣੇ ਆਪ ਨਹੀਂ ਜਾਏਗਾ। ਕਾਲ ਤੇ ਅਕਾਲ, ਵਕਤ ਸਮੇਂ ਤੇ ਸਮੇਂ ਤੋਂ ਰਹਿਤ ਅਵਸਥਾ, ਇਹਦੇ ਵਿਚਕਾਰ ਹੈ ਵਰਤਮਾਨ। ਅਗਰ ਉੱਥੋਂ ਕੋਈ ਲੰਘ ਜਾਏ ਤਾਂ ਅੰਤਰੀਵ ਤੀਰਥ ਤੇ ਪਹੁੰਚ ਜਾਂਦਾ ਹੈ। ਸਾਰੇ ਪਾਪ ਧੁੱਲ ਜਾਂਦੇ ਨੇ, ਸਾਰੇ ਦੁੱਖ ਮਿਟ ਜਾਂਦੇ ਨੇ, ਸੰਸਾਰ ਤੇ ਆਇਆ ਹੋਇਆ ਸਫਲ ਹੋ ਜਾਂਦਾ ਹੈ। ਜਿਤਨੇ ਚਿਰ ਤੱਕ ਮਨੁੱਖ ਕਾਲ ਦੇ 'ਚ ਹੈ, ਜੰਮਦਾ ਰਹੇਗਾ, ਮਰਦਾ ਰਹੇਗਾ, ਹੱਸਦਾ ਰਹੇਗਾ, ਰੋਂਦਾ ਰਹੇਗਾ, ਸੁਖੀ ਹੋਵੇਗਾ, ਦੁਖੀ ਹੋਵੇਗਾ, ਕਿਸੇ ਵਕਤ ਖੁਸ਼ ਹੋਵੇਗਾ, ਕਿਸੇ ਵਕਤ ਬੇਹਾਲ ਬੇਚੈਨ ਹੋਵੇਗਾ, ਕਿਸੇ ਵਿੱਚ ਵਕਤ ਨਫੇ ਕਰਕੇ ਪ੍ਰਸੰਨ ਹੋਵੇਗਾ, ਕਿਸੇ ਵਕਤ ਨੁਕਸਾਨ ਦੇ ਨਾਲ ਦੁਖੀ ਹੋਵੇਗਾ। ਕਿਉਂਕਿ ਕਾਲ ਦੇ 'ਚ ਦੋਵੇਂ ਨੇ, ਕਾਲ ਦੇ 'ਚ ਇੱਕ ਨਹੀਂ ਹੈ। ਕਾਲ ਦੇ 'ਚ ਜਨਮ ਵੀ ਹੈ, ਮਰਨ ਵੀ ਹੈ, ਸੁੱਖ ਵੀ ਹੈ, ਔਰ ਹਰ ਸੁੱਖ ਦੇ ਪਿੱਛੇ ਦੁੱਖ ਹੈ। ਜਿਵੇਂ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ, ਬਸ ਇਸ ਤਰ੍ਹਾਂ ਕਾਲ ਦੇ 'ਚ ਦੋ ਨੇ, ਇੱਕ ਨਹੀਂ ਹੈ। ਭਗਤ ਦੋ ਤਰ੍ਹਾਂ ਦੇ ਹੋਏ ਨੇ। ਇੱਕ ਤੇ ਇਹ ਕਹਿੰਦੇ ਨੇ ਪ੍ਰਭੂ ਨੂੰ, ਅਸੀਂ ਸੁੱਖ ਨਹੀਂ ਮੰਗਦੇ। ਕਿਉਂ? ਕਬੀਰ ਕਹਿੰਦਾ ਨਹੀਂ ਚਾਹੀਦਾ ਮੈਨੂੰ ਸੁੱਖ। ਸੁੱਖ ਲਈ ਮਨੁੱਖ ਪਤਾ ਨਹੀਂ ਕਿਤਨੇ ਯਤਨ ਤੇ ਵਸੀਲੇ ਜੁਟਾਉਂਦਾ ਹੈ। ਕਬੀਰ ਕਹਿੰਦਾ ਨਹੀਂ ਚਾਹੀਦਾ। ਹੇ ਪ੍ਰਭੂ, ਕਮ ਸੇ ਕਮ ਮੈਂ ਤੇਰੇ ਕੋਲੋਂ ਸੁੱਖ ਤੇ ਨਹੀਂ ਮੰਗਦਾ। ਕਿਉਂ? ਸਾਰੇ ਹੀ ਸੁੱਖ ਮੰਗਦੇ ਨੇ, ਐਸਾ ਤੇ ਕੋਈ ਵੀ ਨਹੀਂ ਜੋ ਸੁੱਖ ਨਾ ਮੰਗੇ। ਤੁਸੀਂ ਪ੍ਰਭੂ ਕੋਲ ਸੁੱਖ ਕਿਉਂ ਨਹੀਂ ਮੰਗਦੇ? ਕਬੀਰ ਕਹਿੰਦੇ ਮੈਨੂੰ ਸਮਝ ਆ ਗਈ ਹੈ। ਕੀ ਸਮਝ ਆਈ ਹੈ? ਸੁਖ ਮੰਗਤ ਦੁੱਖ ਆਗਲ ਆਵੇ, ਸੋ ਸੁਖ ਹਮੂ ਨਾ ਮੰਗਿਆ ਭਾਵੇ। ਜਿਤਨਾ ਸੁਖ ਮਿਲੀਏ ਨਾਲ ਦੁੱਖ ਆਪਣੇ ਆਪ ਆ ਜਾਂਦਾ, ਬਿਨਾਂ ਮੰਗੇ ਹੀ ਆ ਜਾਂਦਾ। ਇੱਜ਼ਤ ਦੇ ਨਾਲ ਬੇਇੱਜ਼ਤੀ ਆ ਹੀ ਜਾਂਦੀ ਹੈ, ਨਫੇ ਨਾਲ ਨੁਕਸਾਨ ਆ ਹੀ ਜਾਂਦਾ ਹੈ, ਜਨਮ ਦੇ ਨਾਲ
ਮਰਨ ਆ ਹੀ ਜਾਂਦਾ, ਜਵਾਨੀ ਦੇ ਨਾਲ ਬੁਢੇਪਾ ਆ ਹੀ ਜਾਂਦਾ। ਮੈਂ ਨਹੀਂ ਮੰਗਦਾ। ਧਾਰਮਿਕ ਵਿਦਵਾਨ ਕਹਿੰਦੇ ਨੇ ਕੋਈ ਮਨੁੱਖ ਕਿੰਨਾ ਕੁ ਦੁਖੀ ਹੈ, ਕਹਿੰਦੇ ਨੇ ਦੇਖ ਲਓ ਕਿਤਨਾ ਕੁ ਸੁਖੀ ਹੈ। ਜਿੰਨਾ ਸੁਖੀ ਹੈ ਉਨਾ ਹੀ ਦੁਖੀ ਹੈ। ਦੁੱਖ ਕਿਸੇ ਕੋਲ ਪੁੱਛਣ ਦੀ ਲੋੜ ਨਹੀਂ, ਉਹਦੇ ਸੁੱਖ ਵੇਖ ਲਓ ਉਨਾ ਹੀ ਦੁਖੀ ਹੋਵੇਗਾ। ਜਿੰਨਾ ਹੱਸਦਾ ਪਿਆ ਉਤਨਾ ਹੀ ਰੋਂਦਾ ਪਿਆ। ਇਹ ਪਹਿਚਾਣ ਹੈ। ਕਬੀਰ ਕਹਿੰਦੇ ਨੇ ਕਮ ਸੇ ਕਮ ਪ੍ਰਭੂ ਮੇਰੀ ਇਹ ਮੰਗਤੇ ਨਹੀਂ ਹੈ। ਮੈਨੂੰ ਸਮਝ ਆ ਗਈ ਹੈ, ਪਤਾ ਚੱਲ ਗਿਆ। ਇਹਦਾ ਮਤਲਬ ਹੈ ਕਬੀਰ ਨੂੰ ਇਤਨਾ ਪਤਾ ਚੱਲ ਗਿਆ ਕਾਲ ਦਿਸ਼ ਤੇ ਦੋਵੇਂ ਨੇ, ਤੇ ਮੈਂ ਇੱਕ ਨੂੰ ਮੰਗਿਆ ਦੂਜਾ ਮਿਲੇਗਾ, ਫਿਰ ਕਾਲ ਵਿੱਚ ਹੀ ਰਹਿ ਜਾਵਾਂਗਾ, ਅਕਾਲ ਦਿਸ਼ ਤੇ ਪਹੁੰਚਾਂਗਾ ਨਹੀਂ। ਦੂਸਰੇ ਭਗਤ ਨਾਮਦੇਵ ਜੀ, ਉਹ ਕਹਿੰਦੇ ਨੇ ਜੇ ਰਾਜ ਦੇ ਤਾਂ ਕਵਨ ਵਡਾਈ, ਜੇ ਭੀਖ ਮੰਗਾਏ ਤਾਂ ਕਿਆ ਘਟ ਜਾਏ। ਤੂੰ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਬਣਾ ਦੇ, ਸਾਡਾ ਵੱਧ ਕੀ ਜਾਣਾ ਹੈ। ਤੇ ਤੂੰ ਦਰ ਦਰ ਦਾ ਭਿਖਾਰੀ ਬਣਾ ਦੇਵੇਂ, ਸਾਡਾ ਘਟ ਕੀ ਜਾਣਾ ਹੈ। ਭਿਖਾਰੀ ਹੋਣਾ ਵੀ ਸਾਨੂੰ ਕਬੂਲ ਹੈ, ਰਾਜਾ ਹੋਣਾ ਵੀ ਕਬੂਲ ਹੈ, ਦੋਵੇਂ ਕਬੂਲ ਹੈ। ਅਸੀਂ ਦੋਵੇਂ ਪ੍ਰਵਾਨ ਕਰਦੇ ਹਾਂ। ਸੰਸਾਰੀ ਕਿਸ ਨੂੰ ਕਹਿੰਦੇ ਨੇ? ਇੱਕ ਨੂੰ ਕਬੂਲ ਕਰਦਾ, ਇੱਕ ਨੂੰ ਨਹੀਂ। ਜਨਮ ਨੂੰ ਕਬੂਲ ਕਰਦਾ, ਮਰਨ ਨੂੰ ਨਹੀਂ। ਜਾਂ ਤੇ ਮਨੁੱਖ ਦੋਹਾਂ ਦਾ ਤਿਆਗੀ ਹੋਵੇ ਜਾਂ ਦੋਹਾਂ ਨੂੰ ਕਬੂਲ ਕਰੇ, ਤਾਂ ਹੀ ਦੋਹਾਂ ਤੋਂ ਛੁਟਕਾਰਾ ਹੋਵੇਗਾ, ਵਰਨਾ ਨਹੀਂ। ਇੱਕ ਬੁਨਿਆਦੀ ਨੁਕਤਾ ਹੈ, ਧਿਆਨ ਨਾਲ ਸੁਣਨਾ। ਜਾਂ ਤੇ ਦੋਹਾਂ ਦਾ ਤਿਆਗ ਕਰੇ ਜਾਂ ਦੋਹਾਂ ਨੂੰ ਕਬੂਲ ਕਰੇ, ਕਿਉਂਕਿ ਦੋ ਇਕੱਠੇ ਨੇ। ਐਸਾ ਹੋ ਹੀ ਨਹੀਂ ਸਕਦਾ ਕੋਈ ਮਨੁੱਖ ਇਹ ਆਖੇ ਕਿ ਤਸਵੀਰ ਦਾ ਇੱਕ ਪਹਿਲੂ ਮੈਨੂੰ ਚਾਹੀਦਾ ਹੈ, ਪਿਛਲਾ ਭਾਗ ਨਹੀਂ। ਨਹੀਂ, ਦੋਵੇਂ ਪਹਿਲੂ ਆਉਣਗੇ, ਸਿੱਕੇ ਦੇ ਦੋਵੇਂ ਪਹਿਲੂ ਹੱਥ 'ਚ ਆਉਣਗੇ। ਨਾਮਦੇਵ ਕਹਿੰਦੇ ਨੇ ਪ੍ਰਭੂ ਦੋਵੇਂ ਹੀ ਕਬੂਲ ਨੇ, ਕਿਉਂਕਿ ਮੈਨੂੰ ਪਤਾ ਹੈ ਤੂੰ ਦੋ ਰੰਗੀ ਸੰਸਾਰ ਬਣਾਇਆ, ਦੋਵੇਂ ਹੀ ਕਬੂਲ ਨੇ। ਦੋਹਾਂ ਨੂੰ ਕਬੂਲ ਕਰਦਿਆਂ ਹੀ ਦੋਹਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਅਭਿਆਸੀ ਲੋਕ ਇਸ ਨੂੰ ਸਮਝਦੇ ਨੇ। ਤੇ ਕਬੀਰ ਕਹਿੰਦੇ ਨੇ ਆਪਾਂ ਦੋਏ ਹੀ ਨਹੀਂ ਮੰਗਦੇ, ਗੱਲ ਖਤਮ। ਨਹੀਂ ਸੁੱਖ ਮੰਗਦੇ, ਕਿਉਂ? ਸਾਨੂੰ ਪਤਾ ਹੈ ਸੁੱਖ ਦੇ ਪਿੱਛੇ ਦੁੱਖ ਹੈ। ਨਹੀਂ ਜੀਵਨ ਮੰਨਦੇ, ਕਿਉਂਕਿ ਸਾਨੂੰ ਪਤਾ ਹੈ ਜੀਵਨ ਦੇ ਪਿੱਛੇ ਹੀ ਮੌਤ ਹੈ। ਮੌਤ ਰਹਿਤ ਜੀਵਨ ਹੈ ਹੀ ਨਹੀਂ। ਇਹ ਦੋ ਤਰ੍ਹਾਂ ਦੇ ਭਗਤ ਹੋਏ ਨੇ। ਸਾਰੇ ਭਗਤ ਇਹਨਾਂ ਦੋ ਹਿੱਸਿਆਂ 'ਚ ਵੰਡੇ ਜਾ ਸਕਦੇ ਨੇ। ਇੱਕ ਜੋ ਕਹਿੰਦਾ ਹੈ ਪ੍ਰਭੂ ਕਮ ਸੇ ਕਮ ਅਸੀਂ ਸੁੱਖ ਤੇ ਨਹੀਂ ਮੰਗਦੇ, ਕਿਉਂ? ਸੁੱਖ ਦੇ ਪਿੱਛੇ ਦੁੱਖ ਹੈ, ਉਹ ਵੀ ਆਵੇਗਾ, ਆਪਾਂ ਨਹੀਂ ਮੰਗਦੇ। ਇਹ ਦੋਵੇਂ ਆਪਣੇ ਕੋਲ ਰੱਖ। ਦੂਸਰਾ ਕਹਿੰਦਾ ਦੋਵੇਂ ਹੀ ਕਬੂਲ ਨੇ, ਜਨਮ ਵੀ ਕਬੂਲ ਹੈ, ਮਰਨ ਵੀ ਕਬੂਲ ਹੈ, ਦੋਵੇਂ ਹੀ ਕਬੂਲ ਨੇ। ਜਵਾਨੀ ਵੀ ਕਬੂਲ ਹੈ, ਬੁਢੇਪਾ ਵੀ ਕਬੂਲ ਹੈ। ਇਹ ਦੋ ਤਰ੍ਹਾਂ ਦੇ ਭਗਤ ਨੇ। ਬਾਕੀ ਸਾਰੇ ਸੰਸਾਰੀ ਨੇ, ਜਵਾਨੀ ਕਬੂਲ ਹੈ, ਬੁਢੇਪਾ ਨਹੀਂ। ਜਨਮ ਕਬੂਲ ਹੈ, ਮਰਨ ਨਹੀਂ। ਲੋਕੀ ਮਰਦੇ ਦਮ ਤੱਕ ਜਨਮ ਦਿਨ ਮਨਾਉਂਦੇ ਨੇ, ਹੋਰ ਕੀ ਹੈ, ਕੋਈ ਮਰਨ ਦਿਨ ਥੋੜੀ ਮਨਾਉਂਦੇ ਨੇ। ਜਦ ਕਿ ਸਾਹਿਬ ਕਹਿੰਦੇ ਨੇ ਪਹਿਲਾ ਮਰਨ ਕਬੂਲ, ਜਨਮ ਤੇ ਹੋ ਗਿਆ, ਗੱਲ ਖਤਮ, ਮਰਨਾ ਕਬੂਲ ਕਰੋ। ਸੰਸਾਰੀ ਇੱਕ ਕਬੂਲ ਹੈ, ਇੱਕ ਨਹੀਂ। ਜਵਾਨੀ ਕਬੂਲ ਹੈ, ਬੁਢੇਪਾ ਨਹੀਂ। ਇਸ ਵਾਸਤੇ ਬੇਸ਼ਤਰ ਬੁੱਢੇ ਆਪਣੀ ਉਮਰ ਘਟਾ ਕੇ ਦੱਸਦੇ ਨੇ। ਇਹ ਵੀ ਮੈਂ ਅਰਜ਼ ਕਰਦੇ ਹਾਂ। ਆਉਂਦੇ 60 ਦੇ ਨੇ, 45 ਦੱਸਦੇ ਨੇ। ਆਉਂਦੇ 70 ਦੇ ਨੇ, 50 ਦੱਸਦੇ ਨੇ। ਇਹ ਮੇਰਾ ਅਨੁਭਵ ਹੈ। ਆਉਂਦੇ 40 ਦੇ ਨੇ, 30 ਦੱਸਦੇ ਨੇ। ਔਰ ਵਿਦਵਾਨ ਕਹਿੰਦੇ ਨੇ ਬੀਬੀਆਂ 30 ਤੋਂ ਅੱਗੇ ਜਾਂਦੀਆਂ ਹੀ ਨੇ, ਇੱਥੇ ਹੀ ਰੁਕਦੀਆਂ, ਇੱਥੇ ਹੀ ਰੁਕਦੀਆਂ। ਜਵਾਨੀ ਕਬੂਲ ਹੈ, ਬੁਢੇਪਾ ਨਹੀਂ। ਜਨਮ ਕਬੂਲ ਹੈ, ਮਰਨ ਨਹੀਂ। ਪਰ ਕੌਣ ਦੱਸੇ? ਕਾਲ ਦਿਸ਼ ਤੇ ਦੋਵੇਂ ਨੇ, ਸਮੇਂ ਦਿਸ਼ ਤੇ ਦੋਵੇਂ ਨੇ।
ਸਮੇਂ ਦੇ 'ਚ ਜੀਣ ਵਾਲੇ ਨੂੰ ਇਹ ਦੋਵੇਂ ਕਬੂਲ ਕਰਨੇ ਪੈਣਗੇ, ਤਾਂ ਹੀ ਸਮੇਂ ਤੋਂ ਨਿਕਲ ਸਕੇਗਾ, ਕਾਲ ਤੋਂ ਨਿਕਲ ਸਕੇਗਾ, ਵਰਨਾ ਨਹੀਂ ਨਿਕਲੇਗਾ। ਕਾਲ ਦੇ ਵਿੱਚ ਹੀ ਰਹੇਗਾ। ਤਾਂ ਕਾਲ ਦੇ 'ਚ ਕੀ ਹੈ? ਜੰਮਣਾ ਤੇ ਮਰਨਾ, ਹੱਸਣਾ ਤੇ ਰੋਣਾ, ਸੁਖੀ ਹੋਣਾ ਤੇ ਦੁਖੀ ਹੋਣਾ। ਹਰ ਸੁੱਖ ਦੁੱਖ ਦੇ 'ਚ ਬਦਲਦਾ ਹੈ, ਹਰ ਜਨਮ ਮਰਨ ਦੇ 'ਚ ਬਦਲਦਾ ਹੈ, ਹਰ ਜਵਾਨੀ ਬੁਢੇਪੇ ਦੇ 'ਚ ਬਦਲਦੀ ਹੈ। ਜਿਤਨੇ ਚਿਰ ਤੱਕ ਇਸ ਸਮੇਂ ਦੇ 'ਚ ਹੋਵੇਗਾ, ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਰਨ ਤੋਂ ਬਾਅਦ ਫਿਰ ਵੀ ਕਾਲ ਦੇ 'ਚ ਹੋਵੇਗਾ, ਫਿਰ ਜਨਮ ਹੋਵੇਗਾ। ਸਮੇਂ ਦਾ ਇੱਕ ਬਹੁਤ ਛੋਟਾ ਭਾਗ ਹੈ। ਕਿਹੜਾ? ਇੱਕ ਛਿਨ, ਇੱਕ ਪਲ, ਇੱਕ ਦਮ। ਇੱਕ ਚਿਤ ਜੈ ਇੱਕ ਛਿਨ ਧਿਆਇਓ, ਕਾਲ ਫਾਸ ਕੇ बीच ਨਾ ਆਇਓ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਚੌਪਈ ਦੀ ਬਾਣੀ ਹੈ, ਉਹਦੀਆਂ ਆਖਰੀ ਪੰਕਤੀਆਂ। ਅਗਰ ਕੋਈ ਇੱਕ ਛਿਨ ਦੇ 'ਚ ਆ ਜਾਏ, ਵਰਤਮਾਨ ਦੇ 'ਚ ਆ ਗਿਆ, ਐਸੇ ਮਨੁੱਖ ਦੀ ਹੁਣ ਕੋਸ਼ਿਸ਼ ਹੋਏਗੀ, ਪਿੱਛੇ ਨਹੀਂ ਮੁੜੇਗਾ। ਇਹ ਗੱਲ ਵੱਖਰੀ ਹੈ। ਕਦੀ ਕਦਾਈ ਵਰਤਮਾਨ ਵਿੱਚ ਪਹੁੰਚੇ ਪਿੱਛੇ ਮੁੜ ਜਾਂਦੇ ਨੇ, ਖਤਰਾ ਹੈ। ਲੇਕਿਨ ਵਰਤਮਾਨ ਸਮੇਂ ਦਾ ਸਭ ਤੋਂ ਛੋਟਾ ਭਾਗ ਹੈ। ਇੱਕ ਛਣ, ਇੱਕ ਸੈਕਿੰਡ, ਇੱਕ ਦਮ। ਇਹ ਜੋ ਇੱਕ ਦਮ ਹੈ, ਇੱਕ ਸੈਕਿੰਡ ਹੈ। ਇੱਕ ਦਮ ਦੇ 'ਚ ਅਗਰ ਕੋਈ ਆ ਜਾਏ, ਤੇ ਇੱਕ ਦਮ ਦੇ 'ਚ ਆਉਣ ਵਾਸਤੇ ਕਾਲ ਤੇ ਭੁਲਾਣਾ ਪਏਗਾ। ਤੇ ਕਾਲ ਤਾਂ ਭੁੱਲੇਗਾ ਅਕਾਲ ਨੂੰ ਯਾਦ ਕਰੇ, ਵਰਨਾ ਭੁੱਲਦਾ ਨਹੀਂ। ਤੇ ਕਾਲ ਦੀ ਯਾਦ ਕੀ ਹੈ? ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ, ਆਉਣ ਵਾਲੇ ਸਮੇਂ ਦੀ ਚਿੰਤਾ। ਇਹ ਕਾਲ ਦੇ 'ਚ ਜੀਵਣਾ। ਭਾਈ ਵੀਰ ਸਿੰਘ ਜੀ ਇਸ ਨੂੰ ਇੰਜ ਬਿਆਨ ਕਰਦੇ ਨੇ, ਬੀਤ ਗਈ ਦੀ ਯਾਦ ਪਈ ਹੱਡਾਂ ਨੂੰ ਖਾਵੇ, ਆਉਣ ਵਾਲੇ ਦਾ ਸਹਿਮ ਪਿਆ ਮਨ ਨੂੰ ਤੜਫਾਵੇ। ਜੋ ਸਮਾਂ ਲੰਘ ਗਿਆ, ਉਸ ਦੀਆਂ ਯਾਦਾਂ ਮੇਰੀਆਂ ਹੱਡੀਆਂ ਖਾ ਰਹੀਆਂ, ਤੇ ਜੋ ਸਮਾਂ ਆਉਣ ਵਾਲਾ ਹੈ, ਉਹਦੀ ਚਿੰਤਾ ਮੈਨੂੰ ਜਲਾਈ ਜਾ ਰਹੀ ਹੈ। ਗੁਜ਼ਰਿਆ ਹੋਇਆ ਸਮਾਂ ਖਾਈ ਜਾ ਰਿਹਾ ਹੈ, ਆਉਣ ਵਾਲਾ ਸਮਾਂ ਜਲਾਈ ਜਾ ਰਿਹਾ ਹੈ। ਆਉਣ ਵਾਲੇ ਕੱਲ ਦੀ ਚਿੰਤਾ, ਗੁਜ਼ਰੇ ਹੋਏ ਕੱਲ ਦੀਆਂ ਯਾਦਾਂ। ਗੁਜ਼ਰੇ ਹੋਏ ਕੱਲ ਦੀਆਂ ਯਾਦਾਂ ਕਿਉਂ ਨੇ? ਗੁਜ਼ਰੇ ਹੋਏ ਕੱਲ ਦੇ 'ਚ ਕੁਝ ਸੁੱਖ ਸਨ, ਯਾਦ ਆਉਂਦੇ ਨੇ। ਗੁਜ਼ਰੇ ਹੋਏ ਕੱਲ ਦੇ 'ਚ ਕੁਝ ਚੋਟਾਂ ਮਿਲੀਆਂ ਸਨ, ਦੁੱਖ ਮਿਲੇ ਸਨ, ਯਾਦ ਆਉਂਦੇ ਨੇ। ਕੋਈ ਅਜ਼ੀਜ਼ ਪਿਆਰਾ ਮਿਲਿਆ ਸੀ ਗੁਜ਼ਰੇ ਹੋਏ ਸਮੇਂ 'ਚ, ਯਾਦ ਆਉਂਦਾ ਹੈ। ਕੋਈ ਵਿਛੜ ਗਿਆ ਸੀ, ਯਾਦ ਆਉਂਦਾ ਹੈ। ਸੁੱਖ ਦੁੱਖ ਯਾਦ ਆਉਂਦੇ ਨੇ। ਕਿਧਰੇ ਸਨਮਾਨ ਮਿਲਿਆ ਸੀ, ਯਾਦ ਆਉਂਦਾ ਹੈ। ਬੜਾ ਭਾਰੀ ਅਪਮਾਨ ਹੋ ਗਿਆ ਸੀ, ਯਾਦ ਆਉਂਦਾ ਹੈ। ਜੋ ਕਾਲ ਦੇ 'ਚ ਜੀ ਰਿਹਾ ਹੈ, ਮਾਨੋ ਸੁੱਖ ਦੀਆਂ ਯਾਦਾਂ ਦੇ 'ਚ ਜੀ ਰਿਹਾ ਹੈ, ਦੁੱਖ ਦੀਆਂ ਯਾਦਾਂ ਦੇ 'ਚ ਜੀ ਰਿਹਾ ਹੈ। ਫਿਰ ਅੱਗੋਂ ਜੀ ਰਿਹਾ ਹੈ, ਦੁੱਖ ਦੀ ਚਿੰਤਾ ਦੇ 'ਚ ਜੀ ਰਿਹਾ ਹੈ, ਸੁੱਖ ਦੀ ਮੰਗ ਦੇ 'ਚ ਜੀ ਰਿਹਾ ਹੈ, ਕਾਲ ਦੇ 'ਚ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਗੁਜ਼ਰਿਆ ਹੋਇਆ ਸਮਾਂ ਮੈਨੂੰ ਖਾਈ ਜਾ ਰਿਹਾ ਹੈ, ਆਉਣ ਵਾਲਾ ਸਮਾਂ ਮੈਨੂੰ ਜਲਾਈ ਜਾ ਰਿਹਾ ਹੈ। ਗੁਜ਼ਰੇ ਹੋਏ ਕੱਲ ਦੀਆਂ ਯਾਦਾਂ ਖਾਈ ਜਾਂਦੀਆਂ ਨੇ, ਆਉਣ ਵਾਲੇ ਕੱਲ ਦੀ ਚਿੰਤਾ ਜਲਾਈ ਜਾਂਦੀ ਹੈ। ਸਾਰਾ ਜਗਤ ਇਸੇ ਢੰਗ ਨਾਲ ਜੀ ਰਿਹਾ ਹੈ। ਸਮੇਂ ਦਾ ਇੱਕ ਛੋਟਾ ਭਾਗ ਹੈ ਵਰਤਮਾਨ। ਤੇ ਆਪ ਦੀ ਗਿਆਤ ਲਈ ਅਰਜ਼ ਕਰਾਂ, ਇਹ ਸੰਸਕ੍ਰਿਤ ਦਾ ਸ਼ਬਦ ਹੈ, ਜਿਹਨੂੰ ਵਰਤਨ ਵਲੇ ਵਿੱਚ ਲਿਆਇਆ ਜਾ ਸਕਦਾ ਹੈ, ਜਿਹਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ, ਜਿਹਨੂੰ ਅਸੀਂ ਵਰਤ ਸਕਦੇ ਹਾਂ। ਬਰਤਨ, ਵਰਤਨ। ਤੇ ਕਿਹਨੂੰ ਵਰਤ ਸਕਦੇ ਹਾਂ? ਇੱਕਦਮ ਵਰਤ ਸਕਦੇ ਹਾਂ। ਇੱਕਦਮ ਸਮਾਂ, ਇੱਕਦਮ ਵਰਤਮਾਨ ਹੈ, ਇੱਕਦਮ ਹੀ ਸਾਡੇ ਕੋਲ ਹੈ। ਹਮ ਆਦਮੀ ਹਾਂ ਇੱਕਦਮ ਹੀ, ਮੌਲਤ ਮੌਤ ਨਾ ਜਾਣਾ। ਮਹਾਰਾਜ ਕਹਿੰਦੇ ਨੇ, ਆਦਮੀ ਦੀ ਮਲਕੀਅਤ ਇੱਕਦਮ ਹੈ, ਇੱਕਦਮ।
जो दम लंघ गए वो तो खर्च हो गए, वो तो कोई नहीं ये कोल। ते जेड़े दम आवने ने हथ दे कोई नहीं अजे, वो जेब दे च नहीं ने। जेड़े दम आए नहीं ये वरत नहीं सकदा, जेड़े दम चले गए ये वरत नहीं सकदा। किहड़ा दम वरत सकदा है? एक जो मूंह दे च, इनू ही वरत सकदा है। इसे नूं नंद लाल कहंदे ने, यकदम बखेश राह न बुरदम कि कीसतम, ऐ वाए नकदे जिंदगी राय गां गुजस्त। इस पौड़ी ते मैं इस वास्ते इतना समा लाया है, इनू जद मैं लिखती रूप दिता सी, गालबन 100 सफ़ियां च भी पूरा नहीं कर सकिया सी। ते बहुतियां दे प्रश्न आउंदे सन, अंतरीव तीरथ फिर की है? अंतरीव तीरथ वो किसी शहर दे च नहीं है, किसी मुल्क दे च नहीं है। उथे पहुंच जाइए तो इशनान करिए तो पाप धुल जान, नहीं। अंतरीव तीरथ अंदर ही है और हर एक दे अंदर है, घट घट दे च है। पर मनुख नूं अज तक जो कुछ भी मिले है बाहर मिले है, ते बाहर मिले है कर करके मिले है। मैं फिर दोहरावां, मनुख नूं अज तक जो कुछ मिले है बाहर मिले है, परिवार मिले है, पदार्थ मिले ने, मान सन्मान मिले है, बाहरों मिले है और कर करके मिले है। ये सोचदा है शायद परमात्मा भी बाहरों मिले तो कर करके मिलेगा। अगर मेरे कीते हुए नाल, मेरे कुछ करन नाल मैनू परमात्मा मिलता है, परमात्मा कतई वड्डा नहीं, मेरा करना वड्डा है, जो मैं कीता है वह वड्डा है। जिस पैसे नाल बाजार च मैनू चीज मिल गई, वो चीज इतनी वड्डी नहीं है, मेरा दिता होया पैसा वड्डा है। मेरा कर्म महान है जिहदे नाल मैनू परमात्मा मिल गया। परमात्मा थोड़ी महान है, कोई भी मनुख उतने कर्म करेगा रब मिल जाएगा। हुण मैं फिर अर्ज करां, कर करके नहीं मिलेगा। या कर करके मिल सकता है तो चलो कोई एक अद बंदा लभ लो, ਉਹਦੇ ਕੋਲ ਪੁੱਛੋ ਤੈਨੂੰ कर करके खेड कुछ बनी है? बड़ा पाठ कीता होवेगा, बड़ी सेवा कीती होवेगी, बड़ा दान पुण्य कीता होवेगा, तू बड़ा कुछ कीता होवेगा, और धार्मिक जगत च लोग करते हैं ना। बहुता मैं हर पहलू नहीं खोलने, इन्ना ही अर्ज करा, कर करके तो किसी को नहीं मिले, अज तक नहीं मिले। या मिले है तो कोई दस है कर करके मिले। मैं इतना दान दिता है तो भगवान मिल गए, इतने पाठ कीते ने तो प्रभु मिल गए, इतना सत्संग कीता है तो सत प्राप्त हो गया, ईश्वर मिल गया। फिर कुछ ना करिए, नहीं कर करके पहुंचना है उत्थे जिथे करना कुछ भी नहीं। अकर्म है, अधर्म है, परमात्मा कुछ भी नहीं करता। तुसी आखोगे इतना वड्डा ब्रह्मंड, इतने सूरज चंद तारे, ये सब कुछ उस तो हो रहा है, वो करदा नहीं, हो रहा है, हो रहा है। जैसे कोई अकाल विच पहुंच जाता है तो इहदा यह मतलब नहीं वो हथ पैर नहीं चलाता, भजदा दौड़दा नहीं, कुछ करदा नहीं है, नहीं, उस तो सब कुछ होंदा है, वो करदा नहीं, करतापन खत्म हो जाता है, करतापन खत्म हो जाता है, होंदा है, उस तो हो रहा है। इसे नूं कहंदे ने कर्म करत होवे नह कर्म, तिस बैसनों का निर्मल धर्म। निर्मल धर्म अकर्म ते खड़ा है, कर्म ते नहीं खड़ा, कर्म ते मैला धर्म खड़ा है, कर्म ते मैला खड़ा है, क्योंकि कर्म का अहंकार होवेगा, मैं कीता ऐसा ख्याल होवेगा, ये मैला धर्म है। संसार विच लोकां कोल धर्म है मैला,
तो मैला ही करेगा, और की है। इस वास्ते लोकी बाजार दे च भी लड़ते हैं, घर बाहर दे च भी लड़ते हैं, लोकी मस्जिद मंदिरां ते गुरुद्वारियां च भी लड़ते हैं, खूब लड़ते हैं। ਜਿਹੜੀਆਂ ਮਨੋਬਿਰਤੀਆਂ ਬਾਜ਼ਾਰ ਦੇ ਚ ਆਉਂਦੀਆਂ ਨੇ, ਪਰਿਵਾਰ ਦੇ ਚ ਆਉਂਦੀਆਂ ਨੇ, ਉਹੀ ਮਨੋਬਿਰਤੀਆਂ ਮੰਦਰ ਮਸਜਿਦ ਗੁਰਦੁਆਰੇ ਤੇ ਤੀਰਥਾਂ ਤੇ ਆਉਂਦੀਆਂ ਨੇ। ਮਨੋਬਿਰਤੀਆਂ ਤੇ ਉਹੀ ਨੇ। ਤੋ ਮੈਂ ਅਰਜ਼ ਕਰਾਂ, ਕਰਨ ਤੇ ਕਰ ਦੇ ਉੱਤੇ ਜੋ ਧਰਮ ਖੜਾ ਹੈ, ਮਹਿਲ ਹੈ। ਕਰਮ ਕਰਤ ਹੋਵੇ ਨੇ ਕਰਮ, ਕਰਦਿਆਂ ਕਿਧਰੇ ਅਕਰਮ ਹੋ ਜਾਏ। ਤੇ ਹੁਣ ਮੈਂ ਅਰਜ਼ ਕਰਾਂ, ਜਿਹਦਾ ਮਨ ਇੱਕ ਦਮ ਦੇ ਚ ਆ ਗਿਆ, ਕੀ ਕਰੇਗਾ? ਕਿਤਨਾ ਕਰ ਸਕਦਾ ਹੈ? ਕਿੰਨੇ ਕੁ ਕਰਮ ਕਰ ਸਕਦਾ ਹੈ ਅਗਰ ਇੱਕ ਦਮ ਦੇ ਟਿਕ ਗਿਆ? ਇੱਕ ਚਿਤ ਜੈ ਇੱਕ ਛਿਨ ਧਿਆਇਓ। ਇੱਕ ਛਿਨ ਦੇ ਚ, ਇੱਕ ਦਮ ਦੇ ਚ ਤੇ ਇੱਕੋ ਹੀ ਦਫਾ ਵਾਹਿਗੁਰੂ ਕਹਿ ਸਕਦਾ ਹੈ। ਤਾਂ ਮੈਂ ਫਿਰ ਦੁਹਰਾਵਾਂ, ਸਾਰੇ ਪਾਪ ਧੁੱਲਣਗੇ ਇੱਕ ਦਫਾ ਵਾਹਿਗੁਰੂ ਆਖਦੇ, ਕਰੋੜ ਦਫਾ ਵਾਹਿਗੁਰੂ ਆਖਦੇ ਨਹੀਂ ਧੁੱਲਣਗੇ। ਸਾਰੇ ਦੁੱਖ ਮਿਟਣਗੇ ਇੱਕ ਦਫਾ ਵਾਹਿਗੁਰੂ ਆਖਦੇ, ਕਰੋੜ ਦਫਾ ਵਾਹਿਗੁਰੂ ਆਖਦੇ ਨਹੀਂ ਦੁੱਖ ਮਿਟਣਗੇ। ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣ ਦੀ ਜਾਚ ਬੰਦੇ ਨੂੰ ਆਉਂਦੀ ਏ, ਇੱਕ ਦਫਾ ਕਹਿਣ ਦੀ ਜਾਚ ਨਹੀਂ ਆਉਂਦੀ। ਇੱਕ ਦਫਾ ਤੇ ਕਹਿਣਾ ਆਉਂਦਾ, ਇੱਕ ਛਿਨ ਦੇ ਚ, ਇੱਕ ਦਮ ਦੇ ਚ। ਮਨ ਉੱਥੇ ਆਵੇ, ਮਨ ਨਹੀਂ ਆਉਂਦਾ। ਮਨ ਕਾਲ ਦੇ ਚ ਭਟਕਦਾ ਹੈ। ਗੁਜ਼ਰੇ ਹੋਏ ਕਾਲ ਦੀਆਂ ਯਾਦਾਂ, ਆਉਣ ਵਾਲੇ ਕਾਲ ਦੀ ਚਿੰਤਾ। ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ, ਆਉਣ ਵਾਲੇ ਸਮੇਂ ਦੀ ਚਿੰਤਾ। ਗੁਜ਼ਰੇ ਹੋਏ ਦਮਾਂ ਦੀਆਂ ਯਾਦਾਂ, ਉਹਨਾਂ ਦਮਾਂ ਦੇ ਚ ਕੁਝ ਮਿਲਿਆ ਸੀ, ਕੁਝ ਵਿਛੜਿਆ ਸੀ, ਯਾਦਾਂ ਨੇ। ਆਉਣ ਵਾਲੇ ਦਮਾਂ ਦੀ ਚਿੰਤਾ ਹੈ ਵੀ ਇਹਨਾਂ ਦਮਾਂ ਚ ਕੁਝ ਮਿਲੇ, ਵਿਛੜੇ ਨਾ। ਆਉਣ ਵਾਲੇ ਸਮੇਂ ਦੀ ਚਿੰਤਾ ਔਰ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦਾ ਬੋਝ ਹਰ ਵਕਤ ਮਨੁੱਖ ਦੇ ਸਿਰ ਤੇ ਆਉਂਦਾ ਹੈ। ਮਨੁੱਖ ਦਬਿਆ ਹੁੰਦਾ ਹੈ। ਜੇ ਕਿਧਰੇ ਵਰਤਮਾਨ ਦੇ ਚ ਆ ਜਾਏ ਤੇ ਹੌਲਾ ਫੁੱਲ ਹੋ ਜਾਂਦਾ ਹੈ ਔਰ ਕੁਝ ਗੁਣਾਂ ਦੀ ਮਹਿਕ ਨਿਕਲਣੀ ਸ਼ੁਰੂ ਹੋ ਜਾਂਦੀ ਹੈ। ਭਗਤੀ ਗੁਣਾਂ ਤੇ ਖੜੀ, ਇਸੇ ਪੌੜੀ ਜ਼ਿਕਰ ਆਏਗਾ। ਗੁਣਾਂ ਤੇ ਖੜੀ ਹੈ ਤੇ ਗੁਣ ਮਹਿਕ ਨੇ, ਸੁਗੰਧ ਨੇ। ਹੁਣ ਇੱਥੇ ਇੱਕ ਪ੍ਰਸ਼ਨ ਖੜਾ ਹੋਵੇਗਾ, ਜੇ ਅਕਾਲ ਪਰਮਾਤਮਾ ਹੈ, ਪਰਮ ਆਨੰਦ ਹੈ, ਪਰਮ ਜੀਵਨ ਹੈ, ਜਿਸ ਵਿੱਚ ਮੌਤ ਨਹੀਂ ਹੈ, ਨਾਨਕ ਬੱਧਾ ਘਰ ਤਾਂ ਜਿੱਥੇ ਮਿਰਤ ਨਾ ਜਨਮ ਜਰਾ। ਸਾਹਿਬ ਕਹਿੰਦੇ ਨੇ, ਹੁਣ ਅਸੀਂ ਆਪਣਾ ਮਕਾਨ ਉੱਥੇ ਬਣਾਇਆ ਹੈ ਜਿੱਥੇ ਜੰਮਣਾ ਕੋਈ ਨਹੀਂ, ਮਰਨਾ ਕੋਈ ਨਹੀਂ, ਬੁਢੇਪਾ ਵੀ ਕੋਈ ਨਹੀਂ। ਗੱਲ ਖਤਮ। ਤੇ ਹੁਣ ਪੁੱਛੀਏ ਬਾਬੇ ਨੂੰ, ਮਹਾਰਾਜ ਅਸੀਂ ਵੀ ਫਿਰ ਉੱਥੇ ਹੀ ਮਕਾਨ ਬਣਾਉਂਦੇ ਹਾਂ। ਨਾਨਕ ਬੱਧਾ ਘਰ ਤਾਂ, ਅਸੀਂ ਆਪਣਾ ਘਰ ਉੱਥੇ ਬਣਾਇਆ। ਕਿੱਥੇ ਬਣਾਇਆ? ਜਿੱਥੇ ਮਿਰਤ ਨਾ ਜਨਮ ਜਰਾ, ਜਿੱਥੇ ਜੰਮਣਾ ਕੋਈ ਨਹੀਂ, ਮਰਨਾ ਕੋਈ ਨਹੀਂ ਔਰ ਬੁਢੇਪਾ ਵੀ ਨਹੀਂ ਹੈ। ਵਰਤਮਾਨ ਵਿੱਚ ਆਉਂਦਿਆਂ ਜੀਵਨ ਦੀ ਲਾਲਸਾ ਮਿਟ ਜਾਂਦੀ ਹੈ, ਮਰਨ ਦਾ ਭੈ ਮਿਟ ਜਾਂਦਾ ਹੈ। ਜਦ ਜੀਵਨ ਦੀ ਲਾਲਸਾ ਖਤਮ ਹੋ ਗਈ, ਮਰਨ ਦਾ ਭੈ ਖਤਮ ਹੋ ਗਿਆ, ਇਹ ਮਨੁੱਖ ਜਨਮ ਮਰਨ ਤੋਂ ਨਿਕਲ ਗਿਆ। ਜੀਵਨ ਦੀ ਲਾਲਸਾ ਹੈ ਬੜੀ ਪ੍ਰਬਲ, ਤੇ ਮਰਨ ਦਾ ਭੈ ਉਤਨਾ ਹੀ ਹੋਵੇਗਾ। ਕਿਤਨਾ? ਜਿਤਨਾ ਜੀਵਨ ਦੀ ਲਾਲਸਾ ਹੋਵੇਗੀ। ਇਹ ਤੇ ਕਾਲ ਦੇ ਚ ਹੈ। ਤੇ ਕਾਲ ਵਿੱਚ ਸਿਰਫ ਸੁਖ ਨਹੀਂ, ਦੁੱਖ ਵੀ ਹੈ। ਜਿਤਨੇ ਵੱਡੇ ਸੁਖ ਉਤਨੇ ਹੀ ਵੱਡੇ ਦੁੱਖ, ਜਿਤਨੇ ਛੋਟੇ ਸੁਖ ਉਤਨੇ ਦੁੱਖ ਵੀ ਛੋਟੇ। ਫਿਰ ਮਨੁੱਖ ਕਾਲ ਦੇ ਚ ਕਿਉਂ ਰਹਿੰਦਾ ਹੈ? ਕਹਿੰਦੇ ਨੇ ਵਾਸ਼ਨਾ ਕਰਕੇ ਰਹਿੰਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਏ। ਆਸਾ ਦੀਵਾਰ ਦੇ ਸ਼ਲੋਕ ਦਾ ਖੁਲਾਸਾ ਕੀਤਾ ਹੈ ਭਾਈ ਗੁਰਦਾਸ ਜੀ ਨੇ।
इस वास्ते भाई गुरदास जी की बाणी नूं कुंजी कहते हैं। बहुत सारे शब्द जो पढ़ते हैं समझ च नहीं पै सकते सन, उस जमाने भाई गुरदास जी ने खोले सन। नानक मेर शरीर का एक रथ वाओ, उसका खुलासा करते हैं भाई गुरदास। जुग जुग मेर शरीर का वासना बद्धा आवे जाए, फिर फेर वटाइए ज्ञानी होए मरम को पाए। कोई सूझवान होवे, ज्ञानी होवे ते उहदी समझ च आए। बार बार आउणा आउंदा है वासना करके, ते वासना किस दी आउंदी है? जो नहीं है। जो है उहदी वासना नहीं आउंदी, वो तो है ही। जो कुछ है उसकी वासना खत्म हो जाती है, फिर भी वासना होती है, क्योंकि हुण भी कुछ ऐसा है जो नहीं है। 10 मुल्क जितण तो बाद सिकंदर दे नाल जो चल रहा सी एक साधु फकीर, उन्हें कहा हुण बस कर चलीए। कहंदा नहीं, अगले मुल्क जितने। वासना हमेशा उसे दी आउंदी है जो नहीं है, जो नहीं है। तो कुछ ना कुछ तो ऐसा होवेगा जो नहीं है, हर एक को, हर बशर को। चाहे आम साधारण बंदा है, चाहे मुल्क दा हुक्मरान है, चाहे आम मूर्ख है या महान गुणवान है, निर्धन है धनवान है, कुछ ना कुछ तो ऐसा होवेगा जो नहीं है। बहुत कुछ ऐसा होवेगा जो नहीं है, ये भी महज करते हैं। और वासना किस दी आउंदी है? जो नहीं है। फिर वासना दे केंद्र 3 मन्ने ने, बुनियादां 3 मनियां ने। ध्यान नाल सुनना, इसनूं अर्ज करके फिर मैं पौड़ी दे अर्थ करके समाप्ति करांगा। और इस समाप्ति भी मजबूरी च मैं कर रहा, इस पौड़ी च बड़ा कुछ छुपिया था। कोशिश मेरी यही सी कि कम से कम अंतरीव तीरथ दी ते पूरी समझ आ जाए, इस वास्ते मैं इन्ने दिन लाए ने। तो किधरे इस तरह का भी नहीं समझ लेना कि मैं हंकार प्रगट कर रहा, मैनू भी सिर्फ समझ आई है, तीरथ ते पहुंचया मैं कोई नहीं, ये भी मैं अर्ज करते हैं। समझ जरूर आई है। चलो इतना हंकार मैं थोड़े सामने प्रगट कर दें। 45 साल कथा कर करके इतनी समझ आई है कि एक दफा वाहिगुरु आखदे सारे गुनाह मिटणगे, करोड़ दफा आखदे नहीं मिटणगे, नहीं मिटणगे। इतनी समझ जरूर आई है। जन्म मरण मिटेगा अकाल विच पहुंचदे हैं, काल विच रहिंदे हैं नहीं। गुजरे हुए समय दियां यादां, आने वाले समय दी चिंता कि जमदा रहेगा मरदा रहेगा, जम जम मरे, मरे फिर जमे, बहुत सजाए पया देस लम्मे। दुख भोगण लई जन्म ते चाहीदा, जीवन ते चाहीदा। जन्म ही नरक है, जीवन ही नरक है, ये भी मैं अर्ज करते हैं। स्वर्ग अकाल है, काल दे च नहीं है स्वर्ग, इस चक्कर च ना पैना। काल विच सहूलतां आउंदियां ने, सहूलतां नूं मनुख सुख कह दिंदा है। और ऐसे सुख जिन्हां दे पिछे दुख ने। मैं हुणे ही अर्ज कीती है, ये 2 तरह के भगत ने। एक कह रहा है नहीं ये सुख चाहिदा, कबीर कह रहा है। क्यों कह रहा है? सुख मांगत दुख आगल आवे, जितना सुख मिलता है उतना ही नाल दुख मिलता है, उतना ही दुख मिलता है। कल्ला सुख है ही नहीं। आम मनुख दी ते यही समझ है ना, कल्ला सुख होंदा है, नहीं होंदा। अगर कोई ऐसा समझदा पिया तो गलत समझदा पिया, ये मैं अर्ज करते हैं। कल्ला सुख नहीं होंदा, सुख दे पिछे दुख होंदा है। कल्ला जन्म नहीं होंदा, जन्म दे पिछे मरण होंदा है। जे रोज रोज मनुख जी रहा है तो मैं अर्ज करा रोज रोज मर भी रहा है, ये दोवें इकट्ठे ही भोग रहे। तुसी आखोगे रोज रोज किस तरह मर रहे हैं? एक उदाहरण दें, 5 साल का बच्चा है
ਤੇ ਅੱਜ ਦਾ ਦਿਨ ਲੰਘ ਗਿਆ ਤੇ ਮਾਂ ਕਹਿੰਦੀ ਏ ਮੇਰਾ ਬੱਚਾ ਇੱਕ ਦਿਨ ਵੱਡਾ ਹੋ ਗਿਆ। 5 ਸਾਲ ਤੇ ਇੱਕ ਦਿਨ ਮੇਰਾ ਬੱਚਾ ਵੱਡਾ ਹੋ ਗਿਆ। ਕਬੀਰ ਕਹਿੰਦੇ ਨੇ ਇੱਕ ਦਿਨ ਛੋਟਾ ਹੋ ਗਿਆ, ਛੋਟਾ ਹੋ ਗਿਆ। ਅਗਰ ਇਸਨੇ 70 ਸਾਲ ਜੀਵਣਾ ਹੈ ਤੇ ਅੱਜ ਦਾ ਇੱਕ ਦਿਨ ਲੰਘ ਗਿਆ, ਘਟ ਗਿਆ। ਵੱਧ ਕਿਸ ਤਰ੍ਹਾਂ ਗਿਆ? ਕਬੀਰ ਕਹਿੰਦੇ ਨੇ ਉਹ ਕਿਉਂ ਸੋਚਦੇ ਹੋ, ਘਟ ਗਿਆ। ਜਨਨੀ ਜਾਨਤ ਹੈ ਸੁਤ ਬੜਾ ਹੋਤ ਹੈ, ਇਤਨਕ ਨਾ ਜਾਣੇ ਜੇ ਦਿਨ ਦਿਨ ਔਦ ਘਟਤ ਹੈ। ਇੱਕ ਦਿਨ ਤੇ ਘਟ ਗਿਆ। ਹੁਣ ਕਬੀਰ ਦਾ ਪੈਮਾਨਾ ਅਲੱਗ ਹੈ, ਨਾਪ ਤੋਲ ਅਲੱਗ ਨੇ ਉਹਦੇ। ਆਮ ਜਗਤ ਦਾ ਅਲੱਗ ਹੈ ਵੀ ਇਹ ਤੇ ਵੱਡਾ ਹੋ ਗਿਆ ਬੱਚਾ। ਕਬੀਰ ਕਹਿ ਰਹੇ ਨੇ ਛੋਟਾ ਹੋ ਗਿਆ। ਵੱਡਾ ਵੀ ਹੁੰਦਾ ਜਾ ਰਿਹਾ, ਛੋਟਾ ਵੀ ਹੁੰਦਾ ਜਾ ਰਿਹਾ। ਮਨੁੱਖ ਜੀ ਵੀ ਰਿਹਾ, ਮਰ ਵੀ ਰਿਹਾ, ਵੱਧ ਵੀ ਰਿਹਾ, ਘਟ ਵੀ ਰਿਹਾ। ਐਸਾ ਕੋਈ ਵਧਣਾ ਨਹੀਂ ਹੈ ਜਿਹਦੇ ਚ ਘਟਣਾ ਨਹੀਂ ਹੈ। ਛਿਨ ਛਿਨ ਔਦ ਬਿਆਤ ਹੈ, ਫੂਟੇ ਘਟ ਜਾਓ ਪਾਣੇ। ਬਸ ਇੱਥੋਂ ਹੀ ਲੈ ਲਓ। ਅਗਰ ਜੀਵਨ ਰੋਜ਼-ਰੋਜ਼ ਵੱਧ ਰਿਹਾ ਹੈ ਤੇ ਰੋਜ਼-ਰੋਜ਼ ਨਾਲ ਘਟ ਰਿਹਾ ਹੈ, ਬਾਕੀ ਸਭ ਕੁਝ ਦੇ ਨਾਲ ਇਹੀ ਨੁਕਤਾ ਜੋੜ ਲੈਣਾ। ਸਭ ਕੁਝ ਦੇ ਨਾਲ ਕੁਛ ਵੀ ਹੋਵੇ ਉਹਦੇ ਨਾਲ ਇਹ ਨੁਕਤਾ ਜੋੜ ਲੈਣਾ। ਵੱਧ ਰਿਹਾ ਹੈ, ਘਟ ਰਿਹਾ ਹੈ, ਇਹ ਦੋਵੇਂ ਇਕੱਠੇ ਹੀ ਚੱਲਦੇ ਨੇ, ਅਲੱਗ-ਅਲੱਗ ਨਹੀਂ ਚੱਲਦੇ, ਇਕੱਠੇ ਹੀ ਚੱਲਦੇ। ਮਾਣ ਸਨਮਾਨ ਵੱਧ ਰਿਹਾ ਹੈ, ਘਟ ਵੀ ਰਿਹਾ ਹੈ। ਸਦਾ ਕਿਸ ਦਾ ਰਿਹਾ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਇਸ ਵਾਸਤੇ ਜਿਨ੍ਹਾਂ ਦੀ ਸਮਝ 'ਚ ਇਹ ਗੱਲ ਆਈ ਹੈ ਉਹ ਕਾਲ ਚੋਂ ਨਿਕਲਣ ਦੀ ਕੋਸ਼ਿਸ਼ ਕਰਦੇ ਨੇ, ਯਤਨ ਕਰਦੇ ਨੇ। ਤੋ ਕਾਲ ਦੇ 'ਚ ਮਨੁੱਖ ਕਿਉਂ ਰਹਿਣਾ ਚਾਹੁੰਦਾ? ਕਾਲ ਦੀ ਬੜੀ ਪਕੜ ਹੈ, ਕਾਲ ਦੀ ਬੜੀ ਮਮਤਾ ਹੈ, ਸਮੇਂ ਦੀ ਬੜੀ ਮਮਤਾ ਹੈ। ਮਨੁੱਖ ਸਮੇਂ ਚੋਂ ਨਹੀਂ ਨਿਕਲਣਾ ਚਾਹੁੰਦਾ। ਇਤਨੀ ਮਮਤਾ ਹੈ, ਹਰ ਵਕਤ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ 'ਚ ਬੈਠਾ ਹੁੰਦਾ ਹੈ, ਹਰ ਵਕਤ ਆਉਣ ਵਾਲੇ ਸਮੇਂ ਦੀ ਚਿੰਤਾ 'ਚ ਬੈਠਾ ਹੁੰਦਾ ਹੈ। ਬੜੀ ਪਕੜ, ਬੜੀ ਪਕੜ। ਗੁਰਬਾਣੀ ਕਹਿੰਦੀ ਹੈ ਵਾਸ਼ਨਾ ਕਰਕੇ। ਭਾਈ ਗੁਰਦਾਸ ਜੀ ਕਹਿੰਦੇ ਨੇ ਵਾਸ਼ਨਾ ਕਰਕੇ। ਵਾਸ਼ਨਾ ਹਮੇਸ਼ਾ ਉਸ ਦੀ ਆਉਂਦੀ ਹੈ, ਕਿਸ ਦੀ? ਜੋ ਨਹੀਂ ਹੈ। ਬੜੇ ਧਿਆਨ ਨਾਲ ਸੁਣਨਾ ਤੁਸੀਂ ਸਾਰੇ ਸਿਆਣੇ ਸੂਝਵਾਨ। ਉਸ ਦੀ ਤੇ ਵਾਸ਼ਨਾ ਹੋ ਹੀ ਨਹੀਂ ਸਕਦੀ, ਜੋ ਹੈ ਉਹ ਤੇ ਹੈ ਹੀ। ਵਾਸ਼ਨਾ ਉਸ ਦੀ ਆਉਂਦੀ ਹੈ ਜੋ ਨਹੀਂ ਹੈ। ਕਿ ਵਾਸ਼ਨਾ ਦੇ 3 ਕੇਂਦਰ ਮੰਨੇ ਗਏ ਨੇ, 3 ਬੁਨਿਆਦਾਂ ਮੰਨੀਆਂ ਗਈਆਂ ਨੇ। ਵਾਸ਼ਨਾ ਦੇ 3 ਝਰਨੇ ਮੰਨੇ ਗਏ ਨੇ, 3 ਥਾਵਾਂ ਤੋਂ ਨਿਕਲਦੀ ਹੈ। ਇਹਦੀਆਂ 3 ਬੁਨਿਆਦਾਂ ਨੇ ਜਿਨ੍ਹਾਂ ਦੇ ਉੱਤੇ ਇਹਦਾ ਤਾਮੀਰ ਹੁੰਦੀ ਹੈ, ਉਸਰਦੀ ਹੈ। ਇਹਨੂੰ ਇੰਜ ਕਹਿੰਦੇ ਨੇ ਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ। ਇਹ ਵਾਸ਼ਨਾ ਦੇ 3 ਕੇਂਦਰ ਨੇ। ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, काम वासना। अहंकार वासना जितनी इज्जत है नहीं होर होवे, जितनी प्रभुता है नहीं। पिंड दे चौधरियां नहीं, पिंड दे चौधरी नाल खेड़ नहीं बनती। MP बन जाइए। अहंकार वासना MP बन गए, इहदे नाल भी गल नहीं बनती। मिनिस्टर बन जाइए। कोई 15-16 साल पुरानी गल है। एक सज्जन दरबार साहब मेरे कमरे च आया, नाल 4-5 गनमैन होर चंगे मिलनसार मनुख होर नाल सन। रस्मी गुफ्तगू तो बाद कहने लगा मस्किन जी अज मेरे लिए अरदास करनी जब दरबार साहब जाओगे। मैं की अरदास करनी है? कहने लगे इस तरह है, MP ते हुण मैं कई दफा रह चुके हैं, छोटी मोटी मिनिस्ट्री भी मिलती रही है, तुसीं अरदास करो चीफ मिनिस्टर हो जावा। मैं कहा किसी होर जगह ते जा, मैनू इस तरह दी अरदासां करनियां आउंदियां नहीं।
ਔਰ ਇਸ ਦੇ ਨਾਲ ਤੈਨੂੰ ਸੰਤੁਸ਼ਟੀ ਹੋ ਜਾਣੀ ਹੈ, ਇਹ ਤੇਰਾ ਖਿਆਲ ਹੈ। ਵਾਸ਼ਨਾ ਨਹੀਂ ਰੁਕਦੀ। ਵਾਸ਼ਨਾ ਹਮੇਸ਼ਾ ਉਸ ਦੀ ਆਉਂਦੀ ਹੈ ਜੋ ਨਹੀਂ ਹੈ, ਜੋ ਨਹੀਂ ਹੈ। ਚੀਫ ਮਿਨਿਸਟਰ ਵੀ ਬਣ ਜਾਏਗਾ ਤੇ ਫਿਰ ਕੀ ਹੈ, ਪ੍ਰਾਈਮ ਮਿਨਿਸਟਰ ਬਣਨ ਦੀ ਖਾਸ਼ ਪੈਦਾ ਹੋ ਜਾਏਗੀ, ਵਾਸ਼ਨਾ ਪੈਦਾ ਹੋ ਜਾਏ। ਵਾਸ਼ਨਾ ਤਾਂ ਹਮੇਸ਼ਾ ਅੱਗੇ ਜਾਂਦੀ ਹੈ, ਹਮੇਸ਼ਾ ਅੱਗੇ ਜਾਂਦੀ ਹੈ। ਉਹ ਚੀਫ ਮਿਨਿਸਟਰ ਤੇ ਨਾ ਬਣਿਆ, ਲੇਕਿਨ ਇੱਕ ਦਿਨ ਮੈਨੂੰ ਕਪੂਰਥਲੇ ਮਿਲਿਆ, ਕਹਿੰਦਾ ਮਸਕੀਨ ਜੀ ਤੁਸੀਂ ਠੀਕ ਕਹਿੰਦੇ ਹੋ। ਮੈਂ ਕਿਹਾ ਮੇਰਾ ਆਖਿਆ ਹੋਇਆ ਠੀਕ ਲੱਗਿਆ, ਇਸ ਤਰ੍ਹਾਂ ਲੱਗਿਆ ਜਿਵੇਂ ਲੋਮੜੀ ਕਹਿੰਦੀ ਸੀ ਅੰਗੂਰ ਖੱਟੇ ਨੇ, ਖੱਟੇ ਨੇ। ਉਦੋਂ ਤੁਸੀਂ ਨਹੀਂ ਆਖਿਆ ਸੀ, ਉਦੋਂ ਤੇ ਮੇਰੀ ਗੱਲ ਦਾ ਤੁਸੀਂ ਬੁਰਾ ਮਨਾਇਆ ਸੀ। ਹੁਣ ਅੰਗੂਰ ਖੱਟੇ ਨੇ, ਹਨ ਤੇ ਮਿੱਠੇ, ਪਰ ਹੁਣ ਹੱਥ ਨਹੀਂ ਪਹੁੰਚਦਾ, ਖੱਟੇ ਨੇ। ਵਾਸ਼ਨਾ ਹਮੇਸ਼ਾ ਉਸ ਦੀ ਆਉਂਦੀ ਹੈ ਜੋ ਨਹੀਂ ਹੈ, ਨਹੀਂ ਹੈ। ਇਸ ਆਧਾਰ ਤੇ ਇਸ ਤਰ੍ਹਾਂ ਦੀਆਂ ਫੋਕੀਆਂ ਅਰਦਾਸਾਂ ਮੇਰੇ ਕੋਲ ਹੋਈਆਂ ਨਹੀਂ ਤੇ ਕਈਆਂ ਕੋਲ ਨਾਸਤਿਕ ਹੋਣ ਦਾ ਇਹ ਇਲਜ਼ਾਮ ਮੈਂ ਲਿਆ। ਇਹ ਵੀ ਮੈਂ ਅਰਜ਼ ਕਰਾਂ, ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਜਿੰਨਾ ਧਨ ਹੈ, ਜਿਤਨਾ ਪਦਾਰਥ ਹੈ ਉਹ ਤੇ ਹੈ, ਵਾਸ਼ਨਾ ਉਸਦੀ ਨਹੀਂ। ਵਾਸ਼ਨਾ ਉਸਦੀ ਆਉਂਦੀ ਹੈ ਜੋ ਹੁਣ ਵੀ ਨਹੀਂ ਹੈ। ਜਿਤਨੀ ਸੰਪਦਾ ਹੈ ਉਹਦੀ ਵਾਸ਼ਨਾ ਨਹੀਂ, ਉਹ ਤੇ ਹੈ। ਜਿਤਨਾ ਧਨ ਹੈ ਉਹ ਤੇ ਹੈ, ਵਾਸ਼ਨਾ ਉਸਦੀ ਹੈ ਜੋ ਹੁਣ ਵੀ ਨਹੀਂ ਹੈ, ਜੋ ਹੁਣ ਵੀ ਨਹੀਂ ਹੈ। ਕਾਮ ਵਾਸ਼ਨਾ ਜੋ ਰੂਪ ਨਹੀਂ ਹੈ। ਔਰ ਮੈਂ ਅਰਜ਼ ਕਰਾਂ, ਵਾਸ਼ਨਾ ਕਿਸੇ ਥਾਂ ਤੇ ਵੀ ਨਹੀਂ ਰੁਕਦੀ। ਨਾ ਹੰਕਾਰ ਵਾਸ਼ਨਾ, ਨਾ ਲੋਭ ਵਾਸ਼ਨਾ, ਨਾ ਕਾਮ ਵਾਸ਼ਨਾ। 600 ਬੇਗਮਾਂ ਸਨ ਨਿਜ਼ਾਮ ਹੈਦਰਾਬਾਦ ਦੀਆਂ। ਕਿਆ ਵਾਸ਼ਨਾ ਰੁਕ ਗਈ ਸੀ? ਵਾਸ਼ਨਾ ਤੇ ਨਹੀਂ ਰੁਕੀ, ਜ਼ਿੰਦਗੀ ਖਤਮ ਹੋ ਗਈ ਸੀ ਉਹਦੀ ਵਾਸ਼ਨਾ ਦੇ ਚ। 400 ਮਹਾਰਾਣੀਆਂ ਸਨ ਮਹਾਰਾਜਾ ਪਟਿਆਲਾ ਦੀਆਂ। ਕਿਆ ਵਾਸ਼ਨਾ ਮਿਟ ਗਈ ਸੀ? ਨਹੀਂ, ਖੁਦ ਮਿਟ ਗਿਆ। ਮਹਾਰਾਜਾ ਪਟਿਆਲਾ ਮਿਟ ਗਿਆ, ਵਾਸ਼ਨਾ ਥੋੜੀ ਮਿਟਦੀ ਹੈ। ਵਾਸ਼ਨਾ ਨੇ ਫਿਰ ਜਨਮ ਦਿੱਤਾ ਹੋਵੇਗਾ। ਵਾਸ਼ਨਾ ਵੱਧਦਾ ਆਵੇ ਜਾਏ। ਕਹਿੰਦੇ ਸਰੀਰ ਬੁੱਢਾ ਹੋ ਜਾਂਦਾ ਹੈ, ਵਾਸ਼ਨਾ ਨਹੀਂ ਬੁੱਢੀ ਹੁੰਦੀ। ਵਾਸ਼ਨਾ ਸਦਾ ਜਵਾਨ ਰਹਿੰਦੀ ਹੈ। ਅਗਰ ਵਾਸ਼ਨਾ ਵੀ ਬੁੱਢੀ ਹੋ ਜਾਏ ਤਾਂ ਅਗਲਾ ਜਨਮ ਨਹੀਂ ਹੋ ਸਕਦਾ। ਸਰੀਰ ਖਤਮ ਹੋ ਗਿਆ, ਮਰ ਗਿਆ, ਉਹ ਵਾਸ਼ਨਾ ਤੇ ਅੱਗੇ ਫਿਰ ਮਾਂ ਬਾਪ ਦੀ ਵਾਸ਼ਨਾ ਤ੍ਰਿਵੈਣੀ ਦਾ ਸੰਗਮ ਹੋ ਕੇ ਜਨਮ ਹੋ ਜਾਂਦਾ ਹੈ, ਜਨਮ ਹੋ ਜਾਂਦਾ ਹੈ। ਵਾਸ਼ਨਾ ਹੀ ਨਹੀਂ ਰਹੀ, ਅਗਲਾ ਜਨਮ ਨਹੀਂ ਹੋ ਸਕਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ। ਐਸਾ ਮਨੁੱਖ ਅਮਰ ਜ਼ਿੰਦਗੀ ਨੂੰ ਪ੍ਰਾਪਤ ਕਰ ਲਏਗਾ। ਵਾਸ਼ਨਾ ਰਹਿੰਦੀ ਹੈ, ਸਰੀਰ ਬਿਰਧ ਹੋ ਜਾਂਦਾ ਹੈ, ਵਾਸ਼ਨਾ ਬਿਰਧ ਨਹੀਂ ਆਉਂਦੀ। ਮੇਰੇ ਨਾਲ ਇੰਡੀਆ 'ਚ 3-4 ਸੱਜਣ ਐਸੇ ਵੀ ਰਹੇ ਨੇ, ਸਰੀਰ ਬਿਲਕੁਲ ਠੀਕ ਸੀ, 95-96 ਸਾਲ ਦੇ ਸਨ। ਸਾਰੇ ਲੋਕ ਉਹਨਾਂ ਨੂੰ ਬਾਬਾ ਬਾਬਾ ਕਰਕੇ ਬੁਲਾਉਣ, ਬੜੇ ਲੰਬੇ ਦਾੜੇ ਸਨ। ਮੇਰੇ ਨਾਲ ਦੇ ਜਿਹੜੇ ਸਾਥੀ ਨੇ ਉਹਨਾਂ ਸਾਰਿਆਂ ਨੂੰ ਪਤਾ ਹੈ। ਔਰ ਸੁਭਾਵਕ ਮੈਂ ਉਹਨਾਂ ਨੂੰ ਕਈ ਦਫਾ ਰੋਂਦਾ ਹੋਇਆ ਦੇਖਦਾ ਸੀ। ਔਰ ਇੱਕ ਦਿਨ ਸਚਾਈ ਕਬੂਲ ਕੀਤੀ ਵੀ ਗਿਆਨੀ ਜੀ ਤੁਸੀਂ ਠੀਕ ਕਹਿੰਦੇ ਹੋ, ਸਰੀਰ ਬਿਰਧ ਹੋ ਗਿਆ, ਵਾਸ਼ਨਾ ਜਵਾਨ ਹੈ, ਵਾਸ਼ਨਾ ਨਹੀਂ ਮਰਦੀ। ਇਹ ਮੈਂ ਆਮ ਪੱਧਰ ਦੇ ਮਨੁੱਖ ਦੀ ਗੱਲ ਨਹੀਂ ਕਰ ਰਿਹਾ, ਐਸੇ ਮਨੁੱਖ ਦੀ ਗੱਲ ਕਰ ਰਿਹਾ ਜੋ ਘੱਟ ਤੋਂ ਘੱਟ 3-4 ਘੰਟੇ ਵਾਹਿਗੁਰੂ ਮੰਤਰ ਦਾ ਜਪ ਕਰਦਾ ਸੀ। ਪੂਰਾ ਨਿਤਨੇਮ ਵੀ ਕਰਦਾ ਸੀ ਔਰ ਸੁਖਮਨੀ ਸਾਹਿਬ ਦੇ 2 ਪਾਠ ਕਰਦਾ ਸੀ, ਸਵੇਰੇ ਵੀ ਕਰਦਾ ਸੀ, ਸ਼ਾਮੇ ਵੀ ਕਰਦਾ ਸੀ। ਔਰ ਇੱਕ ਦਿਨ ਜ਼ਾਰੋ ਜ਼ਾਰ ਰੋਇਆ, ਕਹਿੰਦਾ ਗਿਆਨੀ ਜੀ ਕੀ ਕਰੀਏ, ਵਾਸ਼ਨਾ ਤੇ ਨਹੀਂ ਮਿਟਦੀ, ਸਰੀਰ ਤੇ ਮਿਟਣ ਨੂੰ ਆ ਗਿਆ, ਸਰੀਰ ਤੇ ਮਿਟਣ ਨੂੰ ਆ ਗਿਆ। ਕੋਈ ਢੇਲੇ ਰਹਿਣ ਲੱਗ ਪਏ ਸਨ, ਕਹਿੰਦੇ ਕਿ ਸਰੀਰ ਤੇ ਮਿਟਣ ਨੂੰ ਆ ਗਿਆ, ਵਾਸ਼ਨਾ ਤੇ ਨਹੀਂ ਮਿਟੀ, ਤੇ ਤੁਸੀਂ ਕਹਿੰਦੇ ਵਾਸ਼ਨਾ ਹੈ ਤਾਂ ਫਿਰ ਜਨਮ ਹੋ ਜਾਏਗਾ। ਤਾਂ ਕਹਿੰਦਾ ਜਿੰਨਾ ਪੌੜਿਆਂ 'ਚ ਮੈਂ ਲੰਘਾਂ ਫਿਰ ਲੰਘਾਂਗਾ। ਇਸ ਵਾਸਤੇ ਭਾਰਤ ਦੇ ਸਭ ਤੋਂ ਵੱਡਾ ਦੁੱਖ ਮੰਨਦੇ ਨੇ ਜਨਮ ਤੇ ਮਰਨ। ਜਨਮ ਹੋ ਗਿਆ ਤਾਂ ਹੁਣ ਦੁੱਖਾਂ ਦਾ ਮੂਲ ਤੇ ਵੱਜ ਗਿਆ, ਹੁਣ ਸਾਰੇ ਦੁੱਖ ਭੋਗੇਗਾ।
ਬਾਰ-ਬਾਰ ਦਾ ਜੰਮਣਾ ਮਰਨਾ ਇਸੇ ਨੂੰ ਦੋਜ਼ਖ ਮੰਨਿਆ, ਇਸੇ ਨੂੰ ਹੀ ਨਰਕ ਮੰਨਿਆ। ਇਹਦੇ ਉੱਤੇ ਮੈਂ ਇੱਕ ਉਦਾਹਰਣ ਦੇਣਾ ਹੁੰਦਾ, ਉਹ ਵੀ ਤੁਹਾਡੇ ਸਾਹਮਣੇ ਰੱਖਦੇ ਹਾਂ। ਇੱਕ ਬੱਚਾ ਪਹਿਲੀ ਤੋਂ ਦੂਜੀ, ਤੀਜੀ, ਚੌਥੀ, ਪੰਜਵੀਂ ਪ੍ਰਾਇਮਰੀ ਸਕੂਲ ਪਾਸ ਕਰਕੇ ਹਾਈ 'ਚ ਗਿਆ, ਤੇ ਅੱਜ ਜਦ 10ਵੀਂ ਦੇ 'ਚ ਬੈਠਾ ਤੇ ਉਹਨੂੰ ਕਹੀਏ ਹੁਣ ਤੂੰ ਪਹਿਲੀ 'ਚ ਬੈਠ, ਜਿਹੜੀਆਂ ਕਿਤਾਬਾਂ ਪੜ੍ਹ ਚੁੱਕੇ ਆ ਫਿਰ ਪੜ੍ਹ, ਜਿਨ੍ਹਾਂ ਕਲਾਸਾਂ 'ਚੋਂ ਲੰਘ ਚੁੱਕੇ ਆ ਫਿਰ ਲੰਘ, ਜਿਹੜੇ ਮਕੋੜੇ ਤੂੰ ਮਾਰ ਚੁੱਕੇ ਆ ਫਿਰ ਮਾਰ। ਇਹ ਤੇ ਬਹੁਤ ਵੱਡਾ ਦੁੱਖ ਹੋਵੇਗਾ। ਜਿਹੜੀਆਂ ਕਿਤਾਬਾਂ ਪੜ੍ਹ ਚੁੱਕੇ ਆ ਫਿਰ ਪੜ੍ਹੇ, ਜਿਨ੍ਹਾਂ ਕਲਾਸਾਂ 'ਚੋਂ ਲੰਘ ਚੁੱਕੇ ਆ ਫਿਰ ਲੰਘੇ। ਮਨੁੱਖ ਦਾ ਜਨਮ ਹੋਇਆ, ਮਾਸੂਮ ਬੱਚਾ ਹੈ, ਮਾਂ ਦੀ ਪਿਤਾ ਦੀ ਗੋਦ 'ਚ ਹੈ, ਫਿਰ ਸਹਿਜੇ ਸਹਿਜੇ ਵੱਡਾ ਹੋਇਆ, ਖਿਡੌਣਿਆਂ ਦੀ ਖੇਡ ਹੈ, ਫਿਰ ਸਹਿਜੇ ਸਹਿਜੇ ਹੋਰ ਵੱਡਾ ਹੋ ਰਿਹਾ, ਸਕੂਲ ਦੀ ਪੜ੍ਹਾਈ ਲਿਖਾਈ ਹੈ, ਫਿਰ ਹੋਰ ਵੱਡਾ ਹੋਇਆ, ਜਵਾਨ ਹੋਇਆ, ਵਿਆਹ ਹੋਇਆ, ਬਾਲ ਬੱਚੇ ਹੋਏ ਨੇ, ਕੰਮ ਧੰਦਿਆਂ ਦੇ 'ਚ ਪ੍ਰਵਿਰਤ ਹੋਇਆ, ਸਹਿਜੇ ਸਹਿਜੇ ਬੁੱਢਾ ਹੋਇਆ, ਤੇ ਅੱਜ ਇਹਨੂੰ ਕਹੀਏ ਤੂੰ ਮਰ ਕੇ ਫਿਰ ਇਹੀ ਕੁਝ ਕਰੇਗਾ। ਅੱਜ ਮਰਨ ਲੱਗਿਆ ਉਹਨੂੰ ਕਹੀਏ ਫਿਰ ਤੇਰਾ ਜਨਮ ਹੋਵੇਗਾ, ਤੂੰ ਫਿਰ ਖਿਡੌਣਿਆਂ ਨਾਲ ਖੇਡੇਗਾ, ਤੂੰ ਫਿਰ ਸਕੂਲੇ ਪੜ੍ਹਨੇ ਜਾਵੇਂਗਾ, ਤੇਰਾ ਫਿਰ ਵਿਆਹ ਹੋਵੇਗਾ, ਤੂੰ ਫਿਰ ਕੰਮ ਧੰਦਿਆਂ ਦੇ 'ਚ ਪ੍ਰਵਿਰਤ ਹੋਵੇਂਗਾ, ਤੂੰ ਫਿਰ ਬਾਲ ਬੱਚਿਆਂ ਦੀ ਪਾਲਣਾ ਕਰੇਗਾ, ਤੇ ਫਿਰ ਤੂੰ ਦੁੱਖ ਸੁੱਖ ਕਰਕੇ ਬੁੱਢਾ ਹੋਵੇਂਗਾ, ਫਿਰ ਤੂੰ ਮਰੇਗਾ, ਫਿਰ ਤੇਰਾ ਜਨਮ ਹੋਵੇਗਾ। ਇਹ ਤੇ ਜੋ ਕਰ ਚੁੱਕੇ ਆ ਫਿਰ ਕਰੀਏ, ਜਿੱਥੋਂ ਲੰਘ ਚੁੱਕੇ ਆ ਫਿਰ ਲੰਘੀਏ। ਪਰ ਵਾਸ਼ਨਾ ਕਰਕੇ ਐਸਾ ਹੁੰਦਾ ਹੈ। ਜੁਗ ਜੁਗ ਮੇਰ ਸਰੀਰ ਕਾ, ਭਾਈ ਸਾਹਿਬ ਭਾਈ ਗੁਰਦਾਸ ਜੀ। ਜੁਗ ਜੁਗ ਮੇਰ ਸਰੀਰ ਕਾ, ਵਾਸ਼ਨਾ ਬੱਧਾ ਆਵੇ ਜਾਏ। ਵਾਸ਼ਨਾ ਉਸ ਦੀ ਆਉਂਦੀ ਹੈ ਜੋ ਨਹੀਂ ਹੈ, ਜੋ ਹੁਣ ਵੀ ਨਹੀਂ ਹੈ। ਤੇ ਦੁਨੀਆ ਵਿੱਚ ਤੁਸੀਂ ਇੱਕ ਮਨੁੱਖ ਦਾ ਵੀ ਜ਼ਿਕਰ ਨਹੀਂ ਕਰ ਸਕਦੇ ਜੋ ਕਹਿ ਦੇਵੇ ਸਭ ਕੁਝ ਹੈ ਮੇਰੇ ਕੋਲ। ਨਹੀਂ, ਕੁਛ ਨਾ ਕੁਛ ਤੇ ਹੈ ਐਸਾ ਜੋ ਨਹੀਂ ਹੈ, ਤਾਂ ਹੀ ਤੇ ਵਾਸ਼ਨਾ ਹੈ। ਜਿੰਨੇ ਚਿਰ ਤੱਕ ਮਨੁੱਖ ਅਕਾਲ ਵਿੱਚ ਨਹੀਂ ਜਾਂਦਾ, ਕੁਛ ਨਾ ਕੁਛ ਨਹੀਂ ਹੈ, ਵਾਸ਼ਨਾ ਉਸ ਪਾਸੇ ਜਾਏਗੀ। ਤੇ ਵਾਸ਼ਨਾ ਦੇ ਇੱਕ ਤਿੰਨ ਕੇਂਦਰ, ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ। ਇਹ ਵਾਸ਼ਨਾ ਸੀਮਾ ਤੋਂ ਅੱਗੇ ਚਲੀ ਜਾਏ, ਚਾਹੇ ਹੰਕਾਰ ਵਾਸ਼ਨਾ ਹੈ, ਚਾਹੇ ਲੋਭ ਵਾਸ਼ਨਾ ਹੈ, ਤੇ ਚਾਹੇ ਕਾਮ ਵਾਸ਼ਨਾ ਹੈ, ਮਨੁੱਖ ਪਾਗਲ ਹੋ ਜਾਂਦਾ ਹੈ। ਸਿਆਣੇ ਕਹਿੰਦੇ ਨੇ ਹਿਟਲਰ ਪਾਗਲ ਸੀ, ਵਰਨਾ 2.5 ਕਰੋੜ ਬੰਦਿਆਂ ਨੂੰ ਮਨੁੱਖ ਕਤਲ ਨਹੀਂ ਕਰ ਸਕਦਾ, ਇੰਨੇ ਬੰਦੇ ਉਸਨੇ ਮਾਰੇ ਨੇ। ਹੰਕਾਰ ਵਾਸ਼ਨਾ ਇਤਨੀ ਵੱਧ ਗਈ, ਇਤਨੀ ਵੱਧ ਗਈ, ਦੂਜੇ ਨੂੰ ਕਬੂਲ ਕਰਨਾ ਹੀ ਔਖਾ ਹੋ ਗਿਆ। ਹੰਕਾਰ ਦਾ ਮਤਲਬ ਕਿ ਅਹੰ, ਮੈਂ ਹਾਂ, ਤੂੰ ਕੀ ਹੈ, ਤੂੰ ਕੁਛ ਵੀ ਨਹੀਂ ਹੈ, ਤੂੰ ਮੇਰੇ ਸਾਹਮਣੇ ਹੋਇਆ ਗਰਦਨ ਉਡਾ ਦੇਂਗਾ। ਅਹੰਕਾਰ ਵਾਸ਼ਨਾ। ਸਿਆਣੇ ਲੋਕ ਕਹਿੰਦੇ ਨੇ ਚੰਗੇਜ਼ ਖਾਂ, ਹਲਾਕੂ, ਬਾਬਰ, ਇਹ ਹਿਟਲਰ, ਮੌਸੇ ਤੁੰਗ ਪਾਗਲ ਸਨ। ਇਹ ਗੱਲ ਵੱਖਰੀ ਹੈ। ਵਾਸ਼ਨਾ ਗ੍ਰਸੇ ਲੋਕ ਪਾਗਲ ਨਹੀਂ ਆਖਣਗੇ। ਜਿਨ੍ਹਾਂ ਨੂੰ ਥੋੜੀ ਜਿਹਾ ਵਰਤਮਾਨ ਜਾਂ ਅਕਾਲ ਦੀ ਝਲਕ ਪਈ ਹੈ, ਉਹ ਕਹਿੰਦੇ ਨੇ ਇਹ ਲੋਕ ਪਾਗਲ ਨੇ। ਪਾਗਲ ਹੈ ਔਰੰਗਜ਼ੇਬ, ਹੱਦ ਹੋ ਗਈ, 3 ਭਰਾ ਮਾਰ ਦਿੱਤੇ, ਕਿਉਂਕਿ ਦੇਖਿਆ ਇਹ ਮੇਰੀ ਬਰਾਬਰੀ ਕਰ ਸਕਦੇ ਨੇ, ਸ਼ਰੀਕ ਨੇ। ਫਿਰ ਦੇਖਿਆ ਬੁੱਢਾ ਪਿਓ, ਇਹ ਜਿੰਨੇ ਚਿਰ ਤੱਕ ਜ਼ਿੰਦਾ ਹੈ ਤਖਤ ਨਹੀਂ ਮਿਲੇਗਾ, ਉਹਨੂੰ ਜੇਲ੍ਹ 'ਚ ਪਾਇਆ। ਫਿਰ ਜਹਾਂ ਆਰਾ ਵੱਡੀ ਭੈਣ, ਉਹ ਦਾਰੇ ਦਾ ਪੱਖ ਲੈਂਦੀ ਸੀ, ਦੂਜੇ ਭਰਾ ਦਾ ਪੱਖ ਲੈਂਦੀ ਸੀ, ਔਰੰਗਜ਼ੇਬ ਦਾ ਪੱਖ ਨਹੀਂ ਲੈਂਦੀ ਸੀ। ਔਰੰਗਜ਼ੇਬ ਨੂੰ ਤੇ ਗਾਲਾਂ ਕੱਢਦੀ ਸੀ, ਔਰੰਗਜ਼ੇਬ ਨੂੰ ਕਹਿੰਦੀ ਸੀ ਤੂੰ ਮੂੜ ਹੈ, ਤੂੰ ਦੁਸ਼ਟ ਹੈ, ਤੂੰ ਕਠੋਰ ਹੈ। ਉਹਨੂੰ ਕੇਸਾਂ ਤੋਂ ਧਰੂ ਕੇ ਆਗਰੇ ਵਿੱਚ ਉਸੇ ਕਿਲੇ 'ਚ ਬੰਦ ਕੀਤਾ ਜਿੱਥੇ ਸ਼ਾਹਜਹਾਂ ਬੰਦ ਸੀ। 7 ਸਾਲ ਵੱਡੀ ਭੈਣ ਔਰੰਗਜ਼ੇਬ ਦੀ ਜੇਲ੍ਹ ਵਿੱਚ ਰਹੀ ਹੈ। ਸਿਆਣੇ ਮਨੁੱਖ ਕਹਿੰਦੇ ਨੇ ਪਾਗਲ ਸੀ। ਸਰਮਦ ਜੈਸਾ ਸੂਫੀ ਫਕੀਰ ਕਤਲ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ਼ਹੀਦ ਹੋਏ ਇਸੇ ਦੇ ਰਾਜਕਾਲ ਦੇ ਵਿੱਚ। ਸ਼ਾਇਦ ਆਪ ਦੀ ਨਜ਼ਰਾਂ 'ਚ ਗੁਜ਼ਰੀ ਹੋਵੇ,
हिंद के औलिया व अकराम एक किताब है। कुछ तो कहते ने सारे ख्याल अब्दुल कलाम आजाद दे सन। उस किताब दे जो सन 47 दे आजाद हिंदुस्तान का पहला विद्या मंत्री बनाया गया, एजुकेशनल मिनिस्टर बनाया गया, अब्दुल कलाम आजाद। हिंद के औलिया व अकराम, हिंदुस्तान दे जेड़े फकीर ते संत पैदा होए ने, उन्हां दी जीवन कथा, उन्हां दे विचार, उन्हां दी फिलोसफी, उन्हां दी तर्जे जिंदगी छोटे छोटे रूप विच बयान की गई है। उस दे गुरु नानक देव जी का भी जिक्र है, गुरु गोबिंद सिंह जी का, हजरत निजामुद्दीन का भी जिक्र है और स्वामी महावीर का, महात्मा बुद्ध का भी। हिंद के औलिया व अकराम फारसी नुमा उर्दू दे च है ये किताब। ये अब्दुल कलाम आजाद कहंदा है, उर्दू दे जिहड़े अखर लिखे हुए ने, हो सकता है ऐ औरंगजेब खुदावन ताला आपके तमाम गुनाह माफ कर दे, पर सरमद जैसे सूफी संत का कत्ल नाकाबिले माफ है। ये लफ्ज ने उत्थे इहदी कबर जामा मस्जिद दे कोल बनी हुई है। हुण ते सारा दिन मुसलमान फुल चढ़ाते ने, चादरां चढ़ाते ने। इनू कत्ल कर दिता सी लाल किले दे औरंगजेब ने अपनी अखां दे सामने। ताला आपके तमाम गुनाह माफ कर दे, पर गुरु तेग बहादुर साहब त्याग वैराग, बैराग की मूर्ति का कत्ल नाकाबिले माफ है। गुरु गोबिंद सिंह जी के बच्चों बारे भी लिख सकता सी। चलो उसने अपनी कलम नूं संकोच दिता है, अनेकां कारण हो सकते हैं, लेकिन फिर भी औरंगजेब नूं आख्या पागल है तू, वह भी कहता पागल है। प्रभुता दी वासना इतनी वध गई डुब गया। गुरु नानक देव जी महाराज कहते हम दे खां तैं डुबे आले, मैं देखदा सारे ही मनुख डुबे पे ने। कोई लोभ वासना दे, कोई हंकार वासना दे, कोई काम वासना दे डुबे पे ने। हम दे खां तैं डुबे आले। गुरु नानक। एक होर नुकता भी थोड़े दृष्टिगोचर मैं करा। मैं देखदा पानी दे कुत्ते तैरते ने, बिल्लियां तैरदियां ने, चीते तैरते ने, गऊआं तैरदियां ने, मज्जां तैरदियां ने, घोड़े तैरते ने, गजब दी गल हाथी तैरते ने। बड़ा भारी भरकम हाथी मैं तैरदा होया देख के दंग रह गया सी। मैं कहा हद हो गई, पहाड़ जैसा शरीर ते तैरदा, पानी दे डुबदा नहीं है। 30 फुट पानी सी, गहरा नहा रहा है, तैर रहा है, खुश है बड़ा, हाथी डुबदा नहीं है। हाथी तैरते ने, कुत्ते तैरते ने, घोड़े तैरते ने, मज्जां तैरदियां ने, गऊआं तैरदियां ने, बंदे डुबदे ने, मनुख डुब जाते हैं। कारण मनुख भी जीवदे डुबदे ने, मुर्दे नहीं डुबदे। मुर्दे ते तैरदे ने, मरे हुए ते तैरदे ने, जिंदा डुब जाते हैं। जिंदा मनुख डुब जाता है, अपना संतुलन गवा बैठता है, बैलेंस बिगाड़ बैठता है। क्यों बिगड़ता है? इसका बैलेंस अहंकार वासना, लोभ वासना, काम वासना इतनी वधी हुई है, उहदे च इसका संतुलन डावाडोल हो जाता है, डुब जाता है। हम दे खां तैं डुबे हले, ते डुबे दी पहचान की होगी? औखे ना होना, माफी मैं पहले मंग लिया। नितनेम उसका डुब गया होगा, नहीं करता होगा। सिखी डुब गई होगी, गुरु का अमृत डुब गया होगा, अमृत वेला डुब गया होगा, बाणी का पाठ डुब गया होगा, गुरमंत्र का जप डुब गया होगा, नहीं होगा तो डुबया होया।
ਹਮ ਦੇ ਖਾਂ ਤੈਂ ਡੁੱਬੇ ਵਾਲੇ ਡੁੱਬੇ ਤੁਸੀਂ ਦੇਖ ਸਕਦੇ ਹੋ, ਸਾਰੀ ਦੁਨੀਆ 'ਚ ਦੇਖ ਸਕਦੇ ਹੋ, ਹਰ ਮਜ਼ਹਬ ਦੇ ਵਿੱਚ ਦੇਖ ਸਕਦੇ ਹੋ। ਡੁੱਬੇ ਪਏ ਨੇ ਕ੍ਰਿਸਚਨ, ਡੁੱਬੇ ਪਏ ਨੇ ਹਿੰਦੂ, ਡੁੱਬੇ ਪਏ ਨੇ ਸਿੱਖ, ਡੁੱਬੇ ਪਏ ਨੇ ਮੁਸਲਮਾਨ। ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ, ਇਹ ਜਦ ਸੀਮਾ ਤੋਂ ਅੱਗੇ ਵੱਧਦੀ ਹੈ ਮਨੁੱਖ ਪਾਗਲ ਹੋ ਜਾਂਦਾ ਹੈ, ਡੁੱਬ ਜਾਂਦਾ ਹੈ, ਸੰਤੁਲਨ ਖੋ ਬੈਠਦਾ ਹੈ, ਤਵਾਜ਼ਨ ਖੋ ਬੈਠਦਾ ਹੈ। ਭਇਓ ਲੋਭ ਸੰਗ ਹੋਰਾ, ਪਦਾਰਥਾਂ ਦੀ ਵਾਸ਼ਨਾ, ਇਹਨੂੰ ਲੋਭ ਕਹਿੰਦੇ ਨੇ, ਲੋਭ ਵਾਸ਼ਨਾ। ਮਹਾਰਾਜ ਕਹਿੰਦੇ ਨੇ ਤੇ ਇਸ ਤਰ੍ਹਾਂ ਹੋ ਗਿਆ ਜਿਵੇਂ ਹਲਕਾਇਆ ਹੌਰਾ, ਹਲਕਾ ਕੁੱਤਾ, ਪਾਗਲ ਕੁੱਤਾ। ਕਿਉਂ ਕੂ ਕਰ ਹਰ ਕਾਇਆ, ਦਾਵੇ ਦੈ ਦਿਸ ਜਾਏ, ਲੋਭੀ ਜੰਤ ਨ ਜਾਣੀ, ਭਖ ਅਭਖ ਸਭ ਖਾਏ। ਭਇਓ ਲੋਭ ਸੰਗ ਹੋਰਾ, ਲੋਭ ਨੇ ਹਲਕਾ ਕਰ ਦਿੱਤਾ ਹੈ, ਪਾਗਲ ਕਰ ਦਿੱਤਾ ਹੈ। ਪਾਗਲ ਕੁੱਤੇ ਨੂੰ ਕਹਿੰਦੇ ਨੇ ਹਲਕਾ ਹੋ ਗਿਆ, ਹਲਕਾਇਆ ਕੁੱਤਾ ਕਹਿੰਦੇ ਨੇ ਉਹਨੂੰ, ਹਲਕਾ ਹੋ ਗਿਆ। ਤੇ ਹਲਕਾਇਆ ਕੁੱਤਾ ਆਪਣੇ ਮਾਲਕ ਨੂੰ ਵੀ ਕੱਟਦਾ ਹੈ, ਦੂਜਿਆਂ ਨੂੰ ਤੇ ਕੱਟਦਾ ਹੈ, ਜਿਹਨੇ ਪਾਲਿਆ ਹੋਵੇ, ਜਿਹਨੇ ਰੱਖਿਆ ਹੋਵੇ, ਉਹਨੂੰ ਵੀ ਕੱਟਦਾ ਹੈ, ਉਹਨੂੰ ਵੀ ਨਹੀਂ ਛੋੜਦਾ। ਭਇਓ ਲੋਭ ਸੰਗ ਹੋਰਾ, ਇੱਕ ਦਫਾ ਮਨੁੱਖ ਲੋਭ ਨਾਲ ਹਲਕਾਇਆ ਹੋ ਜਾਏ, ਫਿਰ ਭਰਾ ਕੀ ਹੈ ਤੇ ਪਿਓ ਕੀ ਹੈ, ਉਹਦੇ ਕਿਸੇ ਨੂੰ ਵੀ ਧੋਖਾ ਦੇਗਾ, ਕੋਈ ਭਰੋਸਾ ਨਹੀਂ। ਕਿਤੇ ਭਰਾ ਨਾਲ ਵੀ ਵਧੀਕੀ ਕਰੇਗਾ, ਪਿਓ ਨਾਲ ਵੀ ਵਧੀਕੀ ਕਰੇਗਾ, ਸਭ ਨਾਲ ਕਰੇਗਾ, ਗੁਰੂ ਨਾਲ ਵੀ ਕਰੇਗਾ। ਕਹਿੰਦੇ ਨੇ ਜਦ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪਟਨਾ ਤੋਂ ਤਿਆਰੀ ਕਰ ਲਈ, ਮੈਂ ਜਾਣਾ ਹੈ, ਬਾਲਕ ਰੂਪ ਜਾਣਾ ਹੈ ਮੈਂ, ਤੇ ਮਾਤਾ ਜੀ ਸਮਝਾਉਂਦੇ ਨੇ, ਮਾਮਾ ਕਿਰਪਾਲ ਚੰਦ ਸਮਝਾਉਂਦੇ ਨੇ, ਗੁਰਦੇਵ ਆ ਜਾਣ, ਅਸਾਮ ਗਏ ਹੋਏ ਨੇ ਗੁਰਦੇਵ ਪਿਤਾ, ਫਿਰ ਬੈਠ ਕੇ ਫੈਸਲਾ ਕਰਾਂਗੇ। ਇੱਥੇ ਲੋਕ ਇਤਨੀ ਸੇਵਾ ਕਰਦੇ ਨੇ, ਇਤਨਾ ਪਿਆਰ ਕਰਦੇ ਨੇ। ਇਹ ਗੁਰੂ ਪ੍ਰਤਾਪ ਸੂਰਜ ਦੇ ਚ ਲੰਬੀ ਚੌੜੀ ਕਥਾ ਲਿਖੀ ਹੋਈ ਹੈ, ਮੈਂ ਹੁਣ ਸੰਕੋਚ ਕਰਦਾ ਅੱਗੇ ਬਿਆਨ ਨਾ ਕਰਾਂ, ਕਿਉਂਕਿ ਉਸ ਇਲਾਕੇ ਦਾ ਪੋਲ ਖੁੱਲਦਾ ਹੈ ਗੁਰੂ ਪ੍ਰਤਾਪ ਸੂਰਜ ਦੇ ਵਿੱਚ। ਸਤਿਗੁਰਾਂ ਨੇ 7 ਤੋਲੇ ਸੋਨਾ ਦਿੱਤਾ ਸੀ, ਬਈ ਇੱਕ ਪਾਲਕੀ ਬਣਾਓ, ਉੱਪਰ ਸੋਨੇ ਦਾ ਪੱਤਰਾ ਲਾਣਾ। ਔਰ ਮਾਮਾ ਕਿਰਪਾਲ ਚੰਦ ਨੂੰ ਕਹਿਣ ਲੱਗੇ 7 ਤੋਲੇ ਤੇ ਐ ਲੋ, ਬਾਕੀ ਇਕੱਠਾ ਕਰੋ, ਘੱਟ ਤੋਂ ਘੱਟ 100 ਤੋਲਾ ਹੋਣਾ ਚਾਹੀਦਾ ਹੈ। ਇਹ ਕਵੀ ਸੰਤੋਖ ਸਿੰਘ ਜੀ ਨੇ ਲੰਬਾ ਚੌੜਾ ਪ੍ਰਸੰਗ ਲਿਖਿਆ। ਖੈਰ 200 ਤੋਲੇ ਇਕੱਠੇ ਹੋਏ, ਪਾਲਕੀ ਬਣ ਕੇ ਵੀ ਆ ਗਈ। ਤੇ ਜੋ ਬਣ ਕੇ ਆਈ ਨਾ, ਤੇ ਮਹਾਰਾਜ ਕਹਿੰਦੇ ਨੇ ਕਿੰਨਾ ਕੁ ਸੋਨਾ ਹੈ? 200 ਤੋਲਾ। ਸਤਿਗੁਰ ਨੇ ਲੱਕੜਾਂ ਇਕੱਠੀਆਂ ਕੀਤੀਆਂ, ਇਸ ਤਰ੍ਹਾਂ ਜਿਵੇਂ ਚਿਤਾ ਸਜਾਈ ਦੀ, ਇਹਦੇ ਉੱਤੇ ਉੱਪਰ ਰੱਖੀ ਬਾਲਕੀ, ਤੇ ਫਿਰ ਅੱਗ ਲਾ ਦਿੱਤੀ। ਹੁਣ ਸਾਰੇ ਹੈਰਾਨ, ਇੰਨੀ ਕੀਮਤੀ ਪਾਲਕੀ, ਇਤਨੀ ਸੋਹਣੀ ਪਾਲਕੀ, 200 ਤੋਲੇ ਸੋਨਾ, ਅੱਗ ਤੇ ਰੱਖ ਦਿੱਤੀ ਹੈ। ਜਲਣ ਤੋਂ ਬਾਅਦ ਕਿਉਂਕਿ ਅੱਗ ਕਾਫੀ, ਤੇ ਮਹਾਰਾਜ ਕਹਿਣ ਲੱਗੇ ਹੁਣ ਲੱਭੋ ਸੋਨਾ ਕਿੰਨਾ ਹੈ। 7 ਤੋਲੇ ਸੋਨਾ ਸੀ, ਇੰਨਾ ਹੀ ਸੀ। ਗੁਰੂ ਨਾਲ ਧੋਖਾ, ਗੁਰੂ ਨਾਲ ਧੋਖਾ। ਭਇਓ ਲੋਭ ਸੰਗ ਹੋਰਾ, ਮਨੁੱਖ ਨੂੰ ਜਦ ਲੋਭ ਹਲਕਾਇਆ ਕਰ ਦੇਵੇ, ਭਰਾ ਨੂੰ ਧੋਖਾ ਦਿੰਦਾ ਹੈ, ਪਿਓ ਨੂੰ ਧੋਖਾ ਦਿੰਦਾ ਹੈ, ਗੁਰੂ ਨੂੰ ਵੀ ਧੋਖਾ ਦਿੰਦਾ ਹੈ। ਮਸੰਦਾ ਨੇ ਵੀ ਇਸ ਤਰ੍ਹਾਂ ਹੀ ਕੀਤਾ ਸੀ, ਇਹ ਵੀ ਮੈਂ ਅਰਜ਼ ਕਰਦੇ ਹਾਂ। ਭਇਓ ਲੋਭ ਸੰਗ ਹੋਰਾ, ਤੇ ਫਰਾਇਡ ਤੇ ਇੰਜ ਕਹਿ ਗਿਆ, ਬਹੁਤ ਸਾਰੇ ਕਾਮ ਵਾਸ਼ਨਾ ਕਰਕੇ ਹਲਕੇ ਹੋਏ ਨੇ, ਪਾਗਲ ਹੋਏ ਨੇ, ਸੰਤੁਲਨ ਗਵਾ ਬੈਠੇ ਨੇ। ਚਾਣਕ ਕਹਿੰਦਾ ਹੈ ਬਹੁਤੇ ਪ੍ਰਭਤਾ ਕਰਕੇ, ਹੰਕਾਰ ਵਾਸ਼ਨਾ ਕਰਕੇ ਪਾਗਲ ਹੋਏ ਨੇ, ਕਿਉਂਕਿ ਮਹਾਨ ਜ਼ਾਲਮ ਹੋ ਜਾਏਗਾ ਉਹ ਬੰਦਾ। ਅਹੰਕਾਰ ਵਾਸ਼ਨਾ, ਪ੍ਰਭਤਾ ਦੀ ਵਾਸ਼ਨਾ, ਉਹਦੇ ਲਈ 2.5 ਕਰੋੜ ਬੰਦੇ ਮਾਰਨੇ ਇੰਜ ਨੇ ਜਿਵੇਂ ਗਾਜਰ ਮੂਲੀ ਕੱਟਣੇ। ਇਹ ਤੇ ਪਾਗਲਪਣਾ ਹੋ ਗਿਆ।
ਭਰਾ ਕਤਲ ਕਰ ਦਿੱਤੇ ਨੇ, ਭੈਣ ਨੂੰ ਜੇਲ੍ਹ ਦੇ ਚ ਪਾ ਦਿੱਤਾ ਹੈ, ਪਿਓ ਨੂੰ ਜੇਲ੍ਹ ਦੇ ਚ ਪਾਇਆ ਹੈ। ਪ੍ਰਭਤਾ, ਹੰਕਾਰ, ਵਾਸ਼ਨਾ, ਇਹ ਡੁੱਬਿਆ ਹੋਇਆ ਮਨੁੱਖ ਹੈ। ਹੁਣ ਮੈਂ ਫਿਰ ਅਰਜ਼ ਕਰਾਂ, ਸਰੀਰ ਬੁੱਢਾ ਹੋ ਜਾਂਦਾ, ਵਾਸ਼ਨਾ ਨਹੀਂ ਬੁੱਢੀ ਹੁੰਦੀ। ਹੰਕਾਰ ਵਾਸ਼ਨਾ ਨਹੀਂ ਬੁੱਢੀ ਹੁੰਦੀ। ਸਰੀਰ ਬੁੱਢਾ ਹੋਵੇਗਾ ਉਹ ਗੱਲ ਵੱਖਰੀ ਹੈ। ਲੋਭ ਵਾਸ਼ਨਾ ਨਹੀਂ ਬੁੱਢੀ ਆਉਂਦੀ, ਭਾਵੇਂ ਸਰੀਰ ਬਿਰਧ ਹੋ ਗਿਆ। ਕਾਮ ਵਾਸ਼ਨਾ ਨਹੀਂ ਬਿਰਧ ਆਉਂਦੀ, ਭਾਵੇਂ ਸਰੀਰ ਬਿਰਧ ਹੋ ਗਿਆ। ਇਹ ਵਾਸ਼ਨਾ ਅਗਲਾ ਜਨਮ ਕਰਾ ਦੇਗੀ, ਕਿਉਂਕਿ ਸਰੀਰ ਤੇ ਮਰ ਜਾਏਗਾ, ਵਾਸ਼ਨਾ ਤੇ ਮਰਦੀ ਨਹੀਂ। ਵਾਸ਼ਨਾ ਬੱਧਾ ਆਵੇ ਜਾਏ। ਭਾਈ ਗੁਰਦਾਸ ਜੀ ਕਹਿੰਦੇ ਫਿਰ ਇਸੇ ਵਾਸ਼ਨਾ ਕਰਕੇ ਜਨਮ ਹੋਵੇਗਾ। ਜਿੰਨੇ ਚਿਰ ਤੱਕ ਵਾਸ਼ਨਾ ਹੈ, ਮਨੁੱਖ ਕਾਲ ਵਿੱਚ ਹੈ, ਅਕਾਲ ਵਿੱਚ ਨਹੀਂ ਜਾ ਸਕਦਾ। ਇਸੇ ਵਾਸਤੇ ਕਿਹਾ ਹੈ, ਕਮ ਸੇ ਕਮ ਜਦ ਤੂੰ ਵਾਹਿਗੁਰੂ ਮੰਤਰ ਦਾ ਜਪ ਕਰੇ, ਉਸ ਵਕਤ ਤੇ ਕਾਮਨਾ ਨਾ ਆਣ ਦੇ, ਵਾਸ਼ਨਾ ਨਾ ਆਣ ਦੇ। ਤੇ ਜੇ ਉਸ ਸਮੇਂ ਵੀ ਤੂੰ ਨਹੀਂ ਕਾਬੂ ਕਰ ਸਕਦਾ, ਤੇ ਬਾਕੀ ਸਮੇਂ ਤੇ ਵਾਸ਼ਨਾ ਰਹਿੰਦੀ ਹੈ, ਫਿਰ ਤੇ ਰਹਿੰਦੀ ਹੈ। ਤੇ ਜੇ ਪਾਠ ਦੇ ਵਿੱਚ ਵੀ ਵਾਸ਼ਨਾ ਹੈ, ਸੇਵਾ ਦੇ ਵਿੱਚ ਵੀ ਵਾਸ਼ਨਾ ਹੈ, ਚਾਹੇ ਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਤੇ ਫਿਰ ਇਹ ਧਾਰਮਿਕ ਕਰਮ ਤੇ ਧਾਰਮਿਕ ਕਰਮ ਨਹੀਂ ਹੈ। ਇੱਥੇ ਹੀ ਆ ਕੇ ਕਬੀਰ ਨੇ ਕਹਿ ਦਿੱਤਾ ਹੈ, ਪਾਪ ਪੁੰਨ ਦੋਏ ਏਕ ਸਮਾਨ। ਪਾਪ ਤੇ ਪਾਪ ਹੈ, ਇਹ ਪੁੰਨ ਵੀ ਪਾਪ ਹੈ, ਜੋ ਵਾਸ਼ਨਾ ਵਸ ਹੋ ਕੇ ਕੀਤਾ ਜਾ ਰਿਹਾ ਹੈ। ਕੋਈ ਪੁੰਨ ਪੁੰਨ ਨਹੀਂ ਹੈ। ਬੜੀ ਹਿੰਮਤ ਹੈ। ਨਾ ਲਿਆ ਜਾ ਰਿਹਾ ਹੈ ਪੁੰਨ ਦਾ, ਕਬੀਰ ਕਹਿੰਦੇ ਨੇ ਪਾਪ ਹੈ, ਕਿਉਂਕਿ ਵਾਸ਼ਨਾ ਵਸ ਹੋ ਕੇ ਕੀਤਾ ਜਾ ਰਿਹਾ ਹੈ। ਹੰਕਾਰ ਵਾਸ਼ਨਾ ਇਹ ਪੁੰਨ ਕਰਾ ਰਹੀ ਹੈ, ਲੋਭ ਵਾਸ਼ਨਾ ਇਹ ਪੁੰਨ ਕਰਾ ਰਹੀ ਹੈ। ਤੇ ਜਦ ਪੁੰਨ ਹੀ ਵਾਸ਼ਨਾ ਕਰਕੇ ਹੋ ਰਹੇ ਨੇ, ਤਾਂ ਕਬੀਰ ਕਹਿੰਦੇ ਇਹਨਾਂ ਨੂੰ ਪੁੰਨ ਕਹਿਣ ਦੀ ਲੋੜ ਕੀ? ਇਹ ਤੇ ਪਾਪ ਹੈ, ਇਹ ਤੇ ਪਾਪ ਹੈ। ਲੋਕੀ ਪਤਾ ਨਹੀਂ ਕਿਹੜੀ ਕਿਹੜੀ ਕਾਮਨਾ ਵਾਸ਼ਨਾ ਸਾਹਮਣੇ ਰੱਖ ਕੇ ਹਜ ਕਰਨ ਜਾਂਦੇ ਨੇ, ਤੀਰਥਾਂ ਤੇ ਜਾਂਦੇ ਨੇ, ਗੁਰਦੁਆਰੇ ਆਉਂਦੇ ਨੇ, ਪਾਠ ਰਖਾਉਂਦੇ ਨੇ, ਪੂਜਾ ਕਰਦੇ ਨੇ, ਮੰਦਰਾਂ 'ਚ ਜਾਂਦੇ ਨੇ, ਰੋਜ਼ੇ ਰੱਖਦੇ ਨੇ, ਵਰਤ ਰੱਖਦੇ ਨੇ, ਸਭ ਵਾਸ਼ਨਾ ਕਰਕੇ। ਕਿਧਰੇ ਲੋਭ ਵਾਸ਼ਨਾ, ਕਿਧਰੇ ਹੰਕਾਰ ਵਾਸ਼ਨਾ, ਕਿਧਰੇ ਕਾਮ ਵਾਸ਼ਨਾ। ਜਿਹੜਾ ਕਰਮ ਵਾਸ਼ਨਾ ਕਰਕੇ ਹੋ ਰਿਹਾ ਹੈ, ਭਾਵੇਂ ਉਹਦੇ ਉੱਤੇ ਲੇਬਲ ਧਰਮ ਦਾ ਲੱਗਿਆ ਹੋਵੇ, ਕਬੀਰ ਕਹਿੰਦੇ ਨੇ ਹੈ ਪਾਪ, ਪੁੰਨ ਨਹੀਂ ਹੈ। ਇਹ ਕਬੀਰ ਦੀ ਬੜੀ ਜੁਰਤ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਨੂੰ ਇੰਜ ਕਹਿੰਦੇ ਨੇ, ਠੀਕ ਹੈ, ਇਹ ਇੰਜ ਹੈ ਜਿਵੇਂ ਹਾਥੀ ਨੇ ਇਸ਼ਨਾਨ ਕੀਤਾ ਤੇ ਫਿਰ ਖੇ ਉੱਪਰ ਪਾ ਲਏ। ਤੀਰਥ ਬਰਤਰ ਦਾਨ ਕਰ, ਮਨ ਮੇਂ ਧਰੇ ਗੁਮਾਨ ਹੰਕਾਰ। ਮੈਂ ਵੀ ਕੁਛ ਹਾਂ, ਇੰਨਾ ਦਾਨੀ, ਇਤਨਾ ਗਿਆਨੀ, ਇਤਨੇ ਤੀਰਥਾਂ ਤੇ ਗਿਆ, ਇਤਨਾ ਕੁਛ ਮੈਂ ਕੀਤਾ ਹੈ। ਇਹ ਤਾਂ ਸਭ ਵਾਸ਼ਨਾ ਅਧੀਨ ਹੋ ਰਿਹਾ ਹੈ। ਵਾਸ਼ਨਾ ਅਧੀਨ ਜੋ ਕੁਝ ਹੋ ਰਿਹਾ ਹੈ, ਇਹ ਅਕਰਮ ਨਹੀਂ ਹੈ, ਕਰਮ ਹੈ। ਕਿ ਮਨੁੱਖ ਵਾਸ਼ਨਾ ਤੋਂ ਨਿਕਲਦਾ ਕਿਉਂ ਨਹੀਂ? ਪੁੰਨ ਵਾਸ਼ਨਾ ਸਹਿਤ ਕਿਉਂ ਕਰਦਾ ਹੈ? ਇਸ ਵਾਸਤੇ ਕਰਦਾ ਹੈ ਜੋ ਕੁਝ ਅੱਜ ਤੱਕ ਮਿਲਿਆ ਕਰ ਕਰਕੇ ਮਿਲਿਆ, ਤਾਂ ਸੋਚਦਾ ਹੈ ਪੁੰਨ ਕਰ ਕਰਕੇ ਪ੍ਰਮਾਤਮਾ ਮਿਲੇਗਾ, ਪਰਮ ਆਨੰਦ ਮਿਲੇਗਾ। ਕੌਣ ਦੱਸੇ ਪ੍ਰਮਾਤਮਾ ਮਿਲਦਾ? ਅਕਰਮ ਨਾਲ। ਕਰਮ ਕਰਤ ਹੋਵੇ ਨੈ ਕਰਮ, ਤਿਸ ਬੈਸਨੋਂ ਕਾ ਨਿਰਮਲ ਧਰਮ। ਐਸੇ ਮਨੁੱਖ ਤੋਂ ਪੁੰਨ ਹੁੰਦੇ ਨੇ, ਪੁੰਨ ਕਰਦਾ ਨਹੀਂ ਹੈ। ਜੈਸੇ ਫੁੱਲ ਦੇ ਚੋਂ ਮਹਿਕ ਨਿਕਲਦੀ ਹੈ, ਜੈਸੇ ਸਵਾਸ ਚੱਲਦੇ ਪਏ ਨੇ, ਅਸੀਂ ਨਹੀਂ ਚਲਾਉਂਦੇ ਪਏ, ਜੈਸੇ ਦਿਲ ਧੜਕਦਾ ਪਿਆ, ਅਸੀਂ ਨਹੀਂ ਧੜਕਾਉਂਦੇ ਪਏ, ਇਸ ਤਰ੍ਹਾਂ ਦੇ ਪੁਰਸ਼ ਤੋਂ ਪੁੰਨ ਹੁੰਦੇ ਨੇ। ਉਹ ਕਰਦਾ ਨਹੀਂ ਹੈ, ਹੁੰਦੇ ਨੇ। ਇਤਨੀ ਮੇਰੇ ਕੋਲ ਸਮਝ ਸੀ ਤੇ ਇਹੀ ਅਲਫਾਜ਼ ਸਨ। ਅਗਰ ਇਸ ਤਰ੍ਹਾਂ ਪੁੰਨ ਹੋ ਰਹੇ ਨੇ, ਕਰਦਾ ਨਹੀਂ, ਇਹ ਅਕਾਲ ਦੇ ਵਿੱਚ ਪਹੁੰਚ ਗਏ, ਅੰਤਰੀਵ ਤੀਰਥ ਦੇ ਵਿੱਚ ਪਹੁੰਚ ਗਏ। ਤੇ ਅੰਤਰੀਵ ਤੀਰਥ ਦੇ ਵਿੱਚ ਪਹੁੰਚਦਿਆਂ ਸਾਰੇ ਪਾਪ ਧੁੱਲ ਜਾਂਦੇ ਨੇ। ਪਾਪ ਧੁੱਲ ਗਏ ਨੇ, ਐਸੇ ਮਨੁੱਖ ਦੇ ਅੰਦਰ ਜੀਵਨ ਦੀ ਲਾਲਸਾ ਨਹੀਂ ਹੋਵੇਗੀ, ਮਰਨ ਦਾ ਭੈ ਨਹੀਂ ਹੋਵੇਗਾ। ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨਹੀਂ ਆਸ, ਤੂੰ ਸਰਬ ਜੀਆਂ ਪ੍ਰਿਤਪਾਲਈ ਲੇਖੇ ਸਾਸ ਗਰਾਸ। ਐਸੇ ਮਨੁੱਖ ਦਾ ਅਗਲਾ ਜਨਮ ਨਹੀਂ ਹੋਵੇਗਾ। ਤੇ ਜਦ ਜਨਮ ਹੀ ਨਹੀਂ ਹੋਵੇਗਾ ਤਾਂ ਮਰਨ ਕਾਹਦਾ? ਐਸਾ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਏਗਾ। ਸੰਤਨ ਸੰਗ ਕਬੀਰਾ ਵਿਗਰਿਓ, ਸੋ ਕਬੀਰ ਰਾਮ ਹੋਏ ਨਿਬਰਿਓ।
ਕਬੀਰ ਕਹਿੰਦੇ ਸਾਡਾ ਜਨਮ ਹੁਣ ਕਾਹਨੂੰ ਹੋਵੇਗਾ, ਅਸੀਂ ਤੇ ਰਾਮ ਹੋ ਗਏ, ਅਸੀਂ ਤੇ ਪ੍ਰਮਾਤਮਾ ਹੋ ਗਏ, ਬੂੰਦ ਤੇ ਸਾਗਰ ਹੋ ਗਈ ਹੈ, ਸਾਗਰ ਦੇ ਚ ਲੀਨ ਹੋ ਗਈ ਹੈ, ਸਾਡਾ ਕੋਈ ਜਨਮ ਨਹੀਂ। ਬਹੁਰ ਹਮ ਕਾਹੇ ਆਵੇਂਗੇ, ਜੀਵਦਿਆਂ ਜੀ ਇਸ ਗੱਲ ਦੀ ਸਮਝ ਪੈ ਜਾਂਦੀ ਹੈ ਅਗਲਾ ਜਨਮ ਨਹੀਂ ਹੋਵੇਗਾ ਜੀਵਦਿਆਂ ਜੀ। ਕਿਉਂ? ਜੀਵਨ ਦੀ ਲਾਲਸਾ ਨਹੀਂ ਰਹਿ ਜਾਂਦੀ, ਮਰਨ ਦਾ ਭੈ ਨਹੀਂ ਰਹਿ ਜਾਂਦਾ। ਐਸੀ ਅਵਸਥਾ ਕਬੀਰ ਦੀ ਬਣ ਗਈ ਸੀ, ਤਾਂ ਉਹ ਕਹਿ ਰਹੇ ਨੇ ਬਹੁਰ ਹਮ ਕਾਹੇ ਆਵੇਂਗੇ, ਆਵਨ ਜਾਣਾ ਹੁਕਮ ਤੇ ਸੇਕਾ, ਹੁਕਮੇ ਬੋਝ ਸਮਾਵੇਂਗੇ। ਅਸੀਂ ਹੁਕਮੀ ਦੇ ਚ ਲੀਨ ਹੋ ਗਏ ਹਾਂ, ਜਿਹਦੇ ਹੁਕਮ ਦੇ ਨਾਲ ਇਹ ਜਨਮ ਮਰਨ ਚੱਲਦਾ ਹੈ, ਉਸੇ ਚ ਲੀਨ ਹੋ ਗਏ, ਗੱਲ ਖਤਮ। ਅਸੀਂ ਮੁੜ ਕੇ ਨਹੀਂ ਆਉਣਾ, ਸਾਡਾ ਕੋਈ ਜਨਮ ਨਹੀਂ, ਅਸੀਂ ਮੁੜ ਕੇ ਨਹੀਂ ਆਉਣਾ। ਬਹੁਰ ਹਮ ਕਾਹੇ ਆਵੇਂਗੇ, ਨਹੀਂ ਆਉਣਾ। ਅੰਤ ਕਾਲ ਨਾਰਾਇਣ ਸਿਮਰੇ, ਐਸੀ ਚਿੰਤਾ में जे मरे, बदत लोचन ते नर मुक्ता। तो मुक्त हो गए। मुक्ति कादी है? जन्म तो मुक्ति, मरण तो मुक्ति, आजादी। जन्म बंधन है, अगर जन्म हो गया तो पता नहीं कितने दुखों तो लंघना पड़ेगा, कितने क्लेश तो लंघना पड़ेगा, कितने उतार चढ़ाव तो लंघना पड़ेगा, कितने नफे नुकसान तो लंघना पड़ेगा, तो लंघना पड़ेगा। जन्म हो गया, मरण तो भी लंघना होगा। जन्म हो गया है तो दुख सुख तो भी लंघना होगा। और वासना है, लोभ वासना, काम वासना, अहंकार वासना, ये जन्म भी चलता रहेगा, मरण भी चलता रहेगा, चलता ही रहेगा। जम जम मरे, मरे फिर जम्मे, बहुत सजाए पया देश लम्मे। अंतरीव तीरथ दे ਉਹੀ ਪ੍ਰਵੇਸ਼ ਕਰਦਾ ਹੈ ਜੋ ਵਾਸ਼ਨਾ ਦੇ ਬਹੁਤ ਛੋਟੇ ਭਾਗ ਦੇ ਵਿੱਚ ਆ ਜਾਏ, ਇੱਕਦਮ ਦੇ ਵਿੱਚ, ਇੱਕ ਸੈਕਿੰਡ ਦੇ ਵਿੱਚ, ਇੱਕਦਮ ਇੱਕ ਸੈਕਿੰਡ ਹੈ ਤੇ ਇਹੀ ਵਰਤਮਾਨ ਹੈ। ਤੇ ਇੱਕਦਮ ਦੇ ਵਿੱਚ ਮਨੁੱਖ ਲੰਬੀ ਚੌੜੀ ਵਾਸ਼ਨਾ ਨਹੀਂ ਕਰ ਸਕਦਾ। ਇੱਕਦਮ ਦੇ ਵਿੱਚ ਮਨੁੱਖ ਕੀ ਕਰੇਗਾ? ਇੱਕਦਮ ਦੇ ਵਿੱਚ ਹੀ ਇਹ ਸਾਰੇ ਮਹਾਮੰਤਰ ਉਚਾਰਨ ਹੋ ਜਾਂਦੇ ਨੇ। ਮੈਂ ਫਿਰ ਅਰਜ਼ ਕਰਾਂ, ਵਾਹਿਗੁਰੂ ਇੱਕੋ ਹੀ ਦਮ ਚਾਹੀਦਾ ਹੈ। ਓਮ ਇੱਕੋ ਹੀ ਦਮ ਦੇ ਵਿੱਚ ਉਚਾਰਨ ਹੋ ਜਾਂਦਾ ਹੈ। ਅੱਲਾਹੂ ਇੱਕੋ ਹੀ ਦਮ ਦੇ ਵਿੱਚ ਉਚਾਰਨ ਹੋ ਜਾਂਦਾ। ਇੱਕ ਦਫਾ ਦਾ ਆਖਿਆ ਹੋਇਆ ਵਾਹਿਗੁਰੂ, ਉਹ ਵਾਹਿਗੁਰੂ ਬਣਾ ਦਿੰਦਾ ਹੈ ਮਨੁੱਖ ਨੂੰ, ਸਾਰੇ ਪਾਪ ਧੋ ਦਿੰਦਾ ਹੈ, ਅਕਾਲ ਦੇ ਵਿੱਚ ਪ੍ਰਵੇਸ਼ ਕਰਾ ਦਿੰਦਾ ਹੈ। ਬਸ਼ਰਤੇ ਜਦ ਇਹ ਵਾਹਿਗੁਰੂ ਆਖ ਰਿਹਾ ਹੈ ਤੇ ਮਨ ਵੀ ਉੱਥੇ ਹੀ ਹੋ ਜਾਏ, ਉਸੇ ਇੱਕ ਛਿਨ ਦੇ ਚ ਆ ਜਾਏ, ਇੱਕ ਦਮ ਦੇ ਚ ਆ ਜਾਏ। ਇੱਕ ਚਿਤ ਜਾਏ ਇੱਕ ਛਿਨ ਤੇ ਆਇਓ, ਕਾਲ ਫਾਸ ਕੇ बीच ਨਾ ਆਇਓ। ਇਹੀ ਅੰਤਰੀਵ ਤੀਰਥ ਹੈ। ਹੋਰ ਨਾ ਕਿਧਰ ਸਮਝ ਲੈਣਾ ਕਿਸੇ ਸ਼ਹਿਰ ਦੇ ਉੱਤੇ ਇਸ ਤਰ੍ਹਾਂ ਦਾ ਤੀਰਥ ਬਣਿਆ ਹੋਵੇਗਾ, ਉੱਥੇ ਜਾਵਾਂਗੇ ਤੇ ਪਾਪ ਧੁੱਲ ਜਾਣਗੇ। ਸਾਹਿਬ ਕਹਿੰਦੇ ਨਹੀਂ, ਇਹ ਬਾਹਰ ਜਿਤਨੇ ਤੀਰਥ ਨੇ, ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੇ ਤਿਲਕਾ ਮਨ। ਥੋੜਾ ਜਿਹਾ ਮਾਣ ਸਨਮਾਨ ਮਿਲ ਜਾਂਦਾ, ਥੋੜੀ ਜਿਹੀਆਂ ਦੁਨਿਆਵੀ ਸਹੂਲਤਾਂ ਮਿਲ ਸਕਦੀਆਂ, ਇਸ ਤੋਂ ਪਰਮ ਆਨੰਦ ਨਹੀਂ ਮਿਲਦਾ ਤੇ ਪਾਪ ਵੀ ਨਹੀਂ ਮਿਲਦੇ। ਜੇ ਕੋ ਪਾਵੇ ਤਿਲਕਾ ਮਾਨ, तो वो अंतरीव तीर्थ वास्तविक ही है। सुनिए मनिए मन कीता भाव, अंतरगत तीरथ मलना। ਜ਼ਬਾਨ ਉਚਾਰਨ ਕਰੇ ਵਾਹਿਗੁਰੂ, ਹੁਣ ਮਨ ਪੂਰੀ ਇਕਾਗਰਤਾ ਨਾਲ ਸੁਣੇ ਤੇ ਤਾਂ ਹੀ ਸੁਣੇਗਾ ਜੇ ਇਹ ਭੂਤਕਾਲ ਦੀਆਂ ਯਾਦਾਂ ਦੇ ਚ ਨਾ ਹੋਵੇ ਤੇ ਭਵਿਸ਼ ਦੀ ਚਿੰਤਾ ਦੇ ਚ ਨਾ ਹੋਵੇ। ਜੇ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ ਚ ਮਨ ਪਿਆ, ਜ਼ਬਾਨ ਵਾਹਿਗੁਰੂ ਵਾਹਿਗੁਰੂ ਕਰਦੀ ਪਈ ਹੈ, ਤੋਤਾ ਰਟਨੇ ਕੁਝ ਵੀ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ। ਅਸ਼ਟਾਵਕਰ ਦੇ ਬਾਰੇ ਐਸੀ ਕਥਾ ਹੈ, ਉਹਦੇ ਸਰੀਰ ਦੇ ਜਿਹੜੇ 8 ਬਲ ਸਨ, ਕਹਿੰਦੇ ਪਿਓ ਨੇ ਸ਼ਰਾਪ ਦਿੱਤਾ ਸੀ, ਪਿਓ ਰਿਸ਼ੀ ਸੀ ਉਹਦਾ। ਥੋੜੀ ਬਹੁਤ ਉਹਨੂੰ ਝਲਕਾਂ ਪੈਂਦੀਆਂ ਸਨ। ਇੱਕ ਦਿਨ ਪਿਓ ਨੂੰ ਹੀ ਕਹਿ ਬੈਠਾ, ਕੀ ਤੋਤਾ ਰਟਣ ਲਾਇਆ ਹੈ? ਸਿਆਣਾ ਬੜਾ ਸੀ, ਪੂਰਬਲੇ ਸੰਸਕਾਰ ਬੜੇ ਸਨ, ਇਤਨੇ ਵੱਡੇ ਰਿਸ਼ੀ ਦੇ ਘਰ ਇਸ ਦਾ ਜਨਮ ਹੋਇਆ ਸੀ। ਇਸ ਦਾ ਪਿਤਾ ਰਾਜਗੁਰੂ ਸੀ, ਜਨਕ ਦਾ ਰਾਜਗੁਰੂ ਸੀ। ਬਾਅਦ ਵਿੱਚ ਅਸ਼ਟਾਵਕਰ ਬਣੇ ਰਾਜਗੁਰੂ। ਇਹ ਰਾਜਗੁਰੂ ਦਾ ਲੜਕਾ ਸੀ। ਇੱਕ ਦਿਨ ਹਿੰਮਤ ਕਰਕੇ ਪਿਓ ਨੂੰ ਹੀ ਕਹਿ ਬੈਠਾ, ਕੀ ਤੋਤਾ ਰਟਣ ਲਾਇਆ?
ਹਰੀ ਓਮ ਦਾ ਜਪ ਕਰਦਾ ਸੀ ਅੰਮ੍ਰਿਤ ਵੇਲੇ, ਪਰ ਰਹਿੰਦਾ ਸੀ ਭੂਤਕਾਲ ਦੇ ਤੇ ਭਵਿਸ਼ ਦੇ, ਜ਼ੁਬਾਨ ਕਰਦੀ ਰਹਿੰਦੀ ਸੀ ਹਰੀ ਓਮ ਹਰੀ ਓਮ, ਨਹੀਂ ਰਿਹਾ ਗਿਆ। ਇੱਕ ਦਿਨ ਸੁਣਿਆ ਹੋਵੇਗਾ, 2 ਦਿਨ ਸੁਣਿਆ ਹੋਵੇਗਾ, ਇਹਦੇ ਸੰਸਕਾਰ ਪਿਛਲੇ ਬੜੇ ਪ੍ਰਬਲ, 7 ਸਾਲ ਦੀ ਉਮਰ ਤੇ ਗਾਲਬਨ 50 ਸਾਲ ਦੇ ਪਿਓ ਨੂੰ ਕਹਿੰਦਾ ਕੀ ਤੋਤਾ ਰਟਣ ਲਾਇਆ। ਕਹਿੰਦੇ ਨੇ ਪਿਓ ਨੇ ਸ਼ਰਾਪ ਦਿੱਤਾ, ਤੂੰ ਮੈਨੂੰ ਇਸ ਤਰ੍ਹਾਂ ਕਹਿੰਦਾ, ਤੇਰੇ ਸਰੀਰ ਦੇ ਵਿੱਚ ਬਲ ਪੈ ਜਾਣਗੇ, ਤੂੰ ਇਤਨਾ ਆਕੜ ਕੇ ਖੜਾ ਮੇਰੇ ਸਾਹਮਣੇ। ਇਹ ਗਾਥਾ ਹੈ, ਪੁਰਾਣਕ ਪ੍ਰਸੰਗ ਹੈ। ਬਾਅਦ ਵਿੱਚ ਪਿਓ ਨੂੰ ਪਛਤਾਵਾ ਵੀ ਹੋਇਆ, ਔਰ ਅਸ਼ਟਾਵਕਰ ਨੇ ਆਖਿਆ ਵੀ ਬਾਪੂ ਠੀਕ ਹੈ, ਸਰੀਰ ਦੇ ਵਿੱਚ ਬਲ ਪੈਣਗੇ, ਮੇਰਾ ਮਨ ਪਰਮਾਤਮਾ ਨੇ ਸਿੱਧਾ ਰੱਖਿਆ ਔਰ ਸਿੱਧਾ ਹੀ ਹੈ। ਇਹ ਬਾਅਦ ਦੇ ਜਨਕ ਦਾ ਗੁਰੂ ਬਣਿਆ ਸੀ। ਇਹਦਾ ਇੱਕ ਗ੍ਰੰਥ ਵੀ ਹੈ, ਉਹਨੂੰ ਅਸ਼ਟਾਵਕਰ ਗੀਤਾ ਕਹਿੰਦੇ ਨੇ। ਕ੍ਰਿਸ਼ਨ ਦੀ ਗੀਤਾ ਨਾਲੋਂ ਵਿਖੜੀ ਹੈ, ਔਖੀ ਹੈ ਜ਼ਰਾ। ਕ੍ਰਿਸ਼ਨ ਦੀ, ਸ੍ਰੀ ਕ੍ਰਿਸ਼ਨ ਦੀ ਜੋ ਉਹ ਗੀਤਾ ਹੈ, ਉਹਦੇ ਚ ਅਰਜਨ ਪ੍ਰਸ਼ਨ ਕਰਦਾ ਹੈ, ਸ੍ਰੀ ਕ੍ਰਿਸ਼ਨ ਜਵਾਬ ਦਿੰਦੇ ਨੇ। ਅਸ਼ਟਾਵਕਰ ਦੀ ਗੀਤਾ ਦੇ ਚ ਜਨਕ ਪ੍ਰਸ਼ਨ ਕਰਦਾ ਹੈ ਔਰ ਅਸ਼ਟਾਵਕਰ ਜਵਾਬ ਦਿੰਦਾ ਹੈ। ਪਤਾ ਸਿਆਣੇ ਕੀ ਕਹਿੰਦੇ ਨੇ, ਅਰਜਨ ਦੇ ਨਾਲੋਂ ਜਨਕ ਬਹੁਤ ਸਿਆਣਾ ਸੀ, ਇਸ ਵਾਸਤੇ ਜਨਕ ਦੇ ਪ੍ਰਸ਼ਨ ਮਾਮੂਲੀ ਨਹੀਂ ਨੇ। ਮਨੁੱਖ ਛੋਟਾ ਹੈ, ਕਿਸ ਤਰ੍ਹਾਂ ਪਹਿਚਾਣੋਗੇ, ਉਹਦੇ ਸਵਾਲ ਛੋਟੇ ਛੋਟੇ ਹੋਣਗੇ, ਬਿਲਕੁਲ ਮਾਮੂਲੀ ਪੱਧਰ ਦਾ। ਇਸ ਤੋਂ ਹੀ ਦਿਸਦਾ ਪਿਆ ਮਨੁੱਖ ਮਾਮੂਲੀ ਹੈ, ਕੁਝ ਵੀ ਨਹੀਂ ਹੈ, ਇਹਦੇ ਪ੍ਰਸ਼ਨ ਛੋਟੇ ਛੋਟੇ ਨੇ। ਮਹਾਨ ਮਨੁੱਖ ਦਾ ਪ੍ਰਸ਼ਨ ਮਹਾਨ ਹੋਵੇਗਾ। ਇੱਕ ਅਰਬੀ ਦੀ ਕਹਾਵਤ ਹੈ, ਜਿਹਦੇ ਦੁਸ਼ਮਣ ਛੋਟੇ ਨੇ, ਇਹ ਮਨੁੱਖ ਕੋਈ ਮਹਾਨ ਨਹੀਂ ਹੋ ਸਕਦਾ। ਅਰਬੀ ਕਹਾਵਤ ਹੈ, ਜਿਹਦੀ ਦੁਸ਼ਮਣੀ ਮਾਮੂਲੀ ਨੇ, ਇਹ ਮਨੁੱਖ ਕੋਈ ਮਹਾਨ ਨਹੀਂ ਹੋ ਸਕਦਾ, ਐਵੇਂ ਮਾਮੂਲੀ ਹੈ। ਜਿਹਦੇ ਪ੍ਰਸ਼ਨ ਹੀ ਛੋਟੇ ਮੋਟੇ ਨੇ, ਮਨੁੱਖ ਛੋਟਾ ਮੋਟਾ ਹੈ। ਅਰਜਨ ਦੇ ਪ੍ਰਸ਼ਨ ਪਹਿਲੇ ਤੇ ਬਹੁਤ ਛੋਟੇ ਛੋਟੇ ਨੇ, ਕ੍ਰਿਸ਼ਨ ਜਵਾਬ ਦਿੰਦੇ ਪਏ ਨੇ, ਸਮਝਾਉਂਦੇ ਪਏ ਨੇ। ਲੇਕਿਨ ਪਹਾੜਾਂ ਜੈਸੇ ਉੱਚੇ ਪ੍ਰਸ਼ਨ ਰੱਖੇ ਨੇ ਜਨਕ ਨੇ ਅਸ਼ਟਾਵਕਰ ਦੇ ਅੱਗੋਂ, ਔਰ ਅਸ਼ਟਾਵਕਰ ਨੇ ਹੱਲ ਕੀਤੇ ਨੇ। ਖੁਸ਼ਕਿਸਮਤੀ ਹੈ, ਅੱਜ ਇਹਨਾਂ ਗ੍ਰੰਥਾਂ ਦੇ ਹਿੰਦੀ ਅਨੁਵਾਦ ਮਿਲਦੇ ਨੇ, ਇੰਗਲਿਸ਼ ਦੇ ਵਿੱਚ ਵੀ ਮਿਲਦੇ ਨੇ, ਔਰ ਪੜ੍ਹ ਕੇ ਹੈਰਾਨਗੀ ਆਉਂਦੀ, ਇਸ ਤਰ੍ਹਾਂ ਦੇ ਕੋਈ ਸਵਾਲ ਕਰਦਾ ਹੈ, ਇੰਨੇ ਉੱਚੇ ਉੱਚੇ, ਔਰ ਫਿਰ ਇਤਨੇ ਉੱਚੇ ਉੱਚੇ ਜਵਾਬ ਦਿੱਤੇ ਜਾਂਦੇ ਨੇ। ਸਾਹਿਬ ਤੇ ਕਹਿ ਰਹੇ ਨੇ, ਇੱਕ ਚਿਤ ਜੈ ਇੱਕ ਛਿਨ ਦੇ ਆਇਓ, ਕਾਲ ਫਾਸ ਕੇ ਵਿੱਚ ਨਾ ਆਇਓ। ਇੱਕ ਛਿਨ ਦੇ ਚ ਅਸ਼ਟਾਵਕਰ ਦਾ ਪਿਤਾ ਨਹੀਂ ਸੀ, ਪਿਓ ਨੂੰ ਵੀ ਕਹਿ ਦਿੱਤਾ ਸੀ ਕੀ ਤੋਟਾ ਰਟਣ ਲਾਇਆ, ਰੋਜ਼ ਰੋਜ਼ ਸਾਰੇ ਪਰਿਵਾਰ ਨੂੰ ਔਖਾ ਕਰਨਾ, ਸਾਰਿਆਂ ਦੀ ਨੀਂਦ ਹਰਾਮ ਕਰਨੀ, ਤੋਤਾ ਰਟਣ ਲਾਇਆ। ਅਸ਼ਟਾਵਕਰ ਜੇ ਤੋਤਾ ਰਟਣ ਲਾਣਾ ਹੈ ਤੇ ਸੌਂ ਜਾਓ, ਬਾਕੀਆਂ ਨੂੰ ਆਰਾਮ ਕਰਨ ਦਿਓ। ਇਹ ਅਸ਼ਟਾਵਕਰ ਨੇ ਬੋਲ ਆਖੇ ਹਿੰਮਤ ਕਰਕੇ, ਇਹ ਤੇ ਤੋਤਾ ਰਟਣਾ ਹੈ, ਇਹਦੇ ਨਾਲ ਕੀ ਹੋਣਾ ਹੈ, ਕੁਝ ਵੀ ਨਹੀਂ ਹੋਣਾ। ਇੱਕ ਚਿੱਤ ਜਾਂ ਇੱਕ ਛਿਨ ਰਿਆਇਓ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਇੱਕ ਛਿਨ, ਇੱਕ ਸੈਕਿੰਡ, ਇੱਕ ਸੈਕਿੰਡ ਵਿੱਚ ਇੱਕੋ ਹੀ ਦਫਾ ਮਨੁੱਖ ਵਾਹਿਗੁਰੂ ਕਹਿ ਸਕਦਾ ਹੈ ਕਿ ਇੱਕ ਦਫਾ ਦਾ ਵਾਹਿਗੁਰੂ ਆਖਿਆ ਹੋਇਆ ਕਰੋੜਾਂ ਪਾਪ ਧੋ ਦਿੰਦਾ ਹੈ, ਕਰੋੜਾਂ ਦੁੱਖ ਮਿਟਾ ਦਿੰਦਾ ਹੈ। ਕਰੋੜ ਦਫਾ ਦਾ ਵਾਹਿਗੁਰੂ ਆਖਿਆ ਹੋਇਆ ਇੱਕ ਪਾਪ ਵੀ ਨਹੀਂ ਮਿਟਾਉਂਦਾ। ਇਹ ਵੀ ਮੈਂ ਅਰਜ਼ ਕਰਾਂ, ਸਾਰੀ ਰਾਤ ਲੋਕੀ ਵਾਹਿਗੁਰੂ ਵਾਹਿਗੁਰੂ ਕਰਦੇ ਰਹਿੰਦੇ ਨੇ, ਸਾਰੀ ਜ਼ਿੰਦਗੀ ਪਾਠ ਪੜ੍ਹਦੇ ਰਹਿੰਦੇ ਨੇ, ਪਾਪ ਤੇ ਇੱਕ ਵੀ ਨਹੀਂ ਧੁਲਦਾ। ਇੱਕ ਦਫਾ ਵਾਹਿਗੁਰੂ ਆਖਦਿਆਂ ਸਾਰੇ ਪਾਪ ਧੁਲ ਜਾਂਦੇ ਨੇ, ਸਾਰੇ ਦੁੱਖ ਵੀ ਮਿਟ ਜਾਂਦੇ ਨੇ। ਮੈਂ ਅਰਜ਼ ਕਰਾਂ, ਇਤਨੀ ਮੈਨੂੰ ਸਮਝ ਆਈ ਹੈ, ਇੱਕ ਸੈਕਿੰਡ ਦੇ ਚਾਣਾ ਬਹੁਤ ਔਖਾ ਹੈ, ਕਠਿਨ ਹੈ, ਇਤਨੀ ਸਮਝ ਆਈ ਹੈ, ਕਠਿਨ ਹੈ। क्योंकि दुख मेरे को भी मौजूद ने, रोग मेरे को भी मौजूद ने, परेशान मैं भी, पर इतनी समझ मैनू आ गई है, एक सैकंड दे आए बिना दुख नहीं मिटते, पाप नहीं मिटते, कलेश नहीं मिटते। ये धार्मिक समझ है। इसे नूं अष्टावकर ने कह दिता सी अपने बुढ़े प्यो नूं, ये की तोता रटन लाया है।
ਭਾਵੇਂ ਪਿਓ ਔਖਾ ਹੋ ਗਿਆ, ਉਹਨੇ ਸ਼ਰਾਪ ਵੀ ਦਿੱਤਾ। ਤੁਸੀਂ ਆਖੋਗੇ ਸ਼ਰਾਪ ਲੱਗਿਆ ਕਿਉਂ? ਚਲੋ ਇਸਦੀ ਜ਼ਬਾਨ ਹਜ਼ਾਰਾਂ ਦਫਾ ਓਮ ਓਮ ਦਾ ਜਪ ਕਰਦੀ ਹੋਵੇਗੀ, ਕੁਛ ਨਾ ਕੁਛ ਤੇ ਜ਼ਬਾਨ 'ਚ ਬਰਕਤ ਆਈ ਹੋਵੇਗੀ। ਟਿਕਾਊ ਤੇ ਨਹੀਂ ਮਿਲਿਆ, ਰਸਤੇ ਨਹੀਂ ਮਿਲਿਆ, ਬੋਲ ਵਿੱਚ ਕੁਝ ਬਰਕਤ ਆ ਜਾਂਦੀ ਹੈ। ਇਸ ਵਾਸਤੇ ਗੁਰਬਾਣੀ ਦਾ ਇੱਕ ਵਾਕ ਹੋਰ ਵੀ ਤੁਹਾਡੇ ਸਾਹਮਣੇ ਰੱਖਦੇ ਹਾਂ। ਪਤਿਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਪੰਨੇ ਗਾਲੇ। ਇਸ ਵਾਸਤੇ ਬਹੁਤ ਅਭਿਆਸੀ ਮਨੁੱਖ, ਬਹੁਤ ਅਭਿਆਸ ਕਰਨ ਵਾਲਾ ਆਪਣੀ ਜ਼ਬਾਨ ਨੂੰ ਸੰਭਾਲ ਕੇ ਹੀ ਬੋਲੇ, ਐਸਾ ਨਾ ਕਿ ਬੋਲਦੇ ਤੇ ਅਗਲੇ ਨੂੰ ਹੋ ਜਾਏ। ਇਹ ਵੀ ਮੈਂ ਅਰਜ਼ ਕਰਦੇ ਹਾਂ, ਮੈਂ ਦੇਖਿਆ ਅਣਗਹਿਲੀ 'ਚ ਕੁਝ ਬੋਲ ਦਿੰਦੇ ਨੇ, ਹੋ ਜਾਂਦਾ ਹੈ। ਬਾਅਦ ਵਿੱਚ ਅਸ਼ਟਾਵਕਰ ਦਾ ਪਿਤਾ ਵੀ ਪਛਤਾਉਂਦਾ ਰਿਹਾ, ਆਪਣੇ ਪੁੱਤਰ ਬਾਰੇ ਮੈਂ ਕੀ ਕਹਿ ਬੈਠਾ। ਇਹ ਬਾਅਦ ਦੇ ਜਨਕ ਦਾ ਗੁਰੂ ਬਣਿਆ। ਜਨਕ ਦੇ ਪ੍ਰਸ਼ਨ ਬੜੇ ਉੱਚੇ, ਇਸ ਵਾਸਤੇ ਅਸ਼ਟਾਵਕਰ ਦੀ ਗੀਤਾ ਨੂੰ ਸਿਆਣੇ ਮਨੁੱਖ ਕਹਿੰਦੇ ਨੇ ਜਵਾਬ ਬੜੇ ਉੱਚੇ ਨੇ, ਬੜੀ ਉੱਚੀ ਸਮਝ ਹੈ ਇਸ ਰਿਸ਼ੀ ਦੀ, ਕਿਉਂਕਿ ਅੱਗੋਂ ਪ੍ਰਸ਼ਨ ਕਰਨ ਵਾਲਾ ਮਹਾਨ ਹੈ। ਅਸ਼ਟਾਵਕਰ ਖੁਦ ਕਹਿੰਦਾ ਹੈ ਛੋਟੇ ਮਨੁੱਖ ਦੀ ਪਹਿਚਾਣ ਕੀ ਹੋਵੇਗੀ? ਸਮੱਸਿਆਵਾਂ ਛੋਟੀਆਂ ਹੋਣਗੀਆਂ, ਸਵਾਲ ਛੋਟੇ ਛੋਟੇ ਹੋਣਗੇ, ਕੁਝ ਵੀ ਨਹੀਂ ਹੈ। ਮਹਾਨ ਮਨੁੱਖ ਦੀ ਪਹਿਚਾਣ ਕੀ? ਉਹਦੀ ਸਮੱਸਿਆ ਮਹਾਨ ਹੋਵੇਗੀ, ਉਹਦੇ ਪ੍ਰਸ਼ਨ ਮਹਾਨ ਹੋਣਗੇ। ਧਾਰਮਿਕ ਜਗਤ ਦੇ ਵਿੱਚ ਵਿਚਰਦੇ ਆ ਕਦੀ ਕਦਾਈ ਕਿਸੇ ਮਹਾਨ ਮਨੁੱਖ ਦੇ ਦਰਸ਼ਨ ਹੁੰਦੇ ਨੇ ਜਿਹਦਾ ਪ੍ਰਸ਼ਨ ਮਹਾਨ ਆਉਂਦਾ ਹੈ, ਨਹੀਂ ਤੇ ਬੱਚਿਆਂ ਵਾਲੇ ਪ੍ਰਸ਼ਨ ਹੁੰਦੇ ਨੇ ਲੋਕਾਂ ਦੇ, ਕੁਝ ਵੀ ਨਹੀਂ ਹੈ, ਕੁਝ ਵੀ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਹੈਰਾਨਗੀ ਆਉਂਦੀ ਹੈ। ਨਾਬਾਲਗ ਭਾਵੇਂ 50 ਸਾਲ ਦੇ, 60 ਸਾਲ ਦੇ, 70 ਸਾਲ ਦੇ ਹੋ ਗਏ, ਧਾਰਮਿਕ ਤੌਰ ਤੇ ਤਾਂ ਨਾਬਾਲਗ ਨੇ, ਪ੍ਰੌੜ ਨਹੀਂ ਹੈ, ਅਡਲਟ ਨਹੀਂ ਹੋਏ, ਨਾਬਾਲਗ ਨੇ। ਬਾਲਗ ਹੋ ਗਏ ਨੇ तो फिर प्रश्न ਤੇ कुछ महान होना चाहिए, ਉੱਚਾ होना चाहिए। तो खैर लमकाइए ना। ਸਾਹਿਬ ਕਹਿੰਦੇ ਨੇ ਸੁਣੀਏ ਮਨੀਏ ਮਨ ਕੀਤਾ ਭਾਵ। ਸੁਣਨਾ ਤੇ ਸੁਣੇ ਉਹਨੂੰ ਮਨ ਦਾ ਹਿੱਸਾ ਬਣਾਉਣਾ, ਭਾਵ ਸੁਣਿਆ ਹੋਇਆ ਮਨ ਦੇ ਜਾਵੇ। ਮਨਨ ਜ਼ਬਾਨ ਜੋ ਬੋਲੀ ਹੈ, ਮਨ ਤੇ ਰਸਨਾ ਇੱਕ ਹੋ ਜਾਏ। ਜ਼ਬਾਨ ਬੋਲੇ ਤੇ ਮਨ ਸੁਣੇ, ਫਿਰ ਇੱਕ ਜਗਤ ਦਾ ਜਨਮ ਆਉਂਦਾ ਹੈ। ਇਹ ਸੁਣਨਾ ਤੇ ਮੰਨਣਾ ਕਰ ਦਿੰਦਾ ਹੈ ਕਿ ਭਾਵ ਇੱਕ ਪਿਆਰ ਦੀ ਦੁਨੀਆ, ਵਿਚਾਰ ਖਤਮ ਹੋ ਜਾਂਦੇ ਨੇ, ਨਿਰਵਿਚਾਰ ਅਵਸਥਾ, ਇੱਕ ਰੱਬੀ ਪ੍ਰੇਮ ਦੀ ਦੁਨੀਆ, ਭਾਵਨਾ ਦੀ ਦੁਨੀਆ, ਸ਼ਰਧਾ ਦੀ ਦੁਨੀਆ। तो मैं एक दफा फिर दोहरा दिया, भरोसे टुट सकते हैं। किसी की गल सुन के गुरु ते भरोसा आया, टुट सकता है। कथा कीर्तन सुन के भरोसा आ गया, टुट सकता है। श्रद्धा आ गई है कि श्रद्धा तो उदों बनती है जब सुनिया होया मन का हिस्सा बन जाए, जबान ते मन एक हो जान, तो फिर जो खेड बनती है वो श्रद्धा है, वो भावना है। अंतरगत तीरथ मन लाओ, ये श्रद्धा अंतरीव तीरथ है, ये भावना अंतरीव तीरथ है, सारे पाप धो देगी। साध संगत बिन भाव नहीं उपजे, भाव बिन भगत ना होए तेरी। रविदास, भाव तो बिना भक्ति का दी। जिस दिन भावना का जन्म होता है उसे दिन ही भगत का जन्म होता है। भावना दे नाल ही भगत पैदा होता है। जिस दिन बच्चे का जन्म होता है उसे दिन ही मां का जन्म होता है। उस तो पहले एक स्त्री है, मां नहीं है। बच्चे का जन्म होया, हुण मां का भी जन्म होया है। भावना का जन्म होया, हुण भगत का जन्म होया है। इस तो पहले भगत नहीं सी, भावना ही नहीं, तो भगत केड़ी गल दा। बच्चे का जन्म ही नहीं होया, स्त्री है, मां नहीं है। बच्चे का जन्म होया है तो हुण दोवां दा जन्म होया, मां का भी जन्म होया। भावना का जन्म हो गया, हुण भगत का जन्म हो गया। साध संगत बिन भाव नहीं उपजे, भाव बिन भगत ना होए तेरी। सुनिए मनिए मन कीता भाव, अंतरगत तीरथ मल लाओ। यही अंतरीव तीरथ है और इहदे च ही सारी मैल धुल जाती है। यही सच्चा इशनान है, यही असली तीरथ है। हाँ जी, सब गुण तेरे मैं नाही कोए। इस तरह के इशनान तो बाद
ਮਨੁੱਖ ਦੀ ਜੋਲੀ ਰੱਬੀ ਗੁਣਾਂ ਨਾਲ ਭਰ ਜਾਂਦੀ ਹੈ, ਲੇਕਿਨ ਨਿਰਮਾਣਤਾ ਹੰਕਾਰ ਵਾਸ਼ਨਾ ਤੇ ਮਿਟ ਗਈ। ਇੱਥੇ ਮਨੁੱਖ ਕਹਿੰਦਾ, ਹੇ ਪ੍ਰਭੂ, ਇਹ ਗੁਣ ਸਾਰੇ ਹੀ ਤੇਰੇ ਨੇ, ਮੇਰੇ ਨਹੀਂ ਨੇ। ਭਾਵੇਂ ਮੇਰੇ ਘਰ ਚਾਨਣਾ ਹੈ, ਪਰ ਚਾਨਣਾ ਤੇ ਸੂਰਜ ਦਾ, ਮੇਰਾ ਥੋੜੀ ਹੈ। ਹੇ ਪ੍ਰਭੂ, ਮੇਰੇ ਹਿਰਦੇ 'ਚ ਗੁਣ ਆ ਗਏ ਨੇ, ਦਇਆ ਆ ਗਈ ਹੈ, ਸਮਦ੍ਰਿਸ਼ਟੀ ਆ ਗਈ ਹੈ, ਨਿਰਵੈਰਤਾ ਆ ਗਈ ਹੈ, ਨਿਰਭੈਤਾ ਆ ਗਈ ਹੈ, ਆਨੰਦ ਆ ਗਿਆ, ਮਹਾਰਸ ਆ ਗਿਆ। ਇਹ ਸਭ ਗੁਣ ਤੇਰੇ ਨੇ, ਮੇਰੇ ਨਹੀਂ ਨੇ। ਲੇਕਿਨ ਇੱਕ ਸਮਝ ਵੀ ਆ ਗਈ, ਬਿਨਾਂ ਗੁਣਾ ਤੋਂ ਕੋਈ ਭਗਤ ਵੀ ਨਹੀਂ ਹੈ। ਬਿਨ ਗੁਣ ਕੀਤੇ ਭਗਤ ਨਾ ਹੋਏ, ਕਿ ਜਿੰਨੇ ਚਿਰ ਤੱਕ ਇਹ ਗੁਣ ਨਹੀਂ, ਭਗਤ ਨਹੀਂ ਹੈ। ਇਹਨਾਂ ਗੁਣਾਂ ਕਰਕੇ ਹੀ ਭਗਤ ਹੈ, ਪਰ ਗੁਣ ਪ੍ਰਭੂ ਸਾਰੇ ਹੀ ਤੇਰੇ ਨੇ। ਠੀਕ ਹੈ, ਮੇਰੇ ਘਰ ਦੇ ਚ ਚਾਨਣਾ ਹੈ ਤੇ ਮੈਂ ਇਸ ਚਾਨਣੇ ਚੋਂ ਲਾਭ ਉਠਾ ਰਿਹਾ, ਪਰ ਚਾਨਣਾ ਤੇ ਸੂਰਜ ਦਾ। ਸੂਰਜ ਆਪਣਾ ਚਾਨਣਾ ਮੰਨਦਾ ਹੈ ਕਿਰਨਾਂ ਦੇ ਰਾਹੀਂ, ਪਰਮਾਤਮਾ ਦਾ ਪ੍ਰਕਾਸ਼ ਹਿਰਦੇ 'ਚ ਪਹੁੰਚਦਾ ਹੈ ਗੁਣਾਂ ਦੇ ਰਾਹੀਂ। ਜਿਤਨੇ ਜ਼ਿਆਦਾ ਗੁਣ ਹੋ ਗਏ, ਰੱਬ ਦਾ ਉਤਨਾ ਹੀ ਚਾਨਣਾ ਹੋ ਗਿਆ, ਉਤਨਾ ਹੀ ਪ੍ਰਕਾਸ਼ ਹੋ ਗਿਆ। ਸਭ ਗੁਣ ਤੇਰੇ, ਮੈਂ ਨਾ ਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਇਆ। ਜੀ ਸਵਸਤਾਤ ਬਾਣੀ ਬ੍ਰਹਮਾਓ, ਜੋ ਕਲਿਆਣਕਾਰਨੀ, ਸੁੱਖਾਂ ਦੇ ਦੇਣ ਵਾਲੀ, ਆਨੰਦ ਦੇ ਦੇਣ ਵਾਲੀ ਪਾਰ ਬ੍ਰਹਮ ਦੀ ਬਾਣੀ ਹੈ, ਉਹ ਵਾਸਤਵਿਕ ਬਾਣੀ ਕੀ ਹੈ? ਜੀ ਸਤ ਸੁਹਾਨ ਸਦਾ ਮਨ ਚਾਓ, ਸਤ ਹੈ, ਅਤੀ ਸੁੰਦਰ ਹੈ ਔਰ ਆਨੰਦ ਸਰੂਪ ਹੈ। ਉਹ ਜੋ ਪਰਮਾਤਮਾ ਦੀ ਬਾਣੀ ਹੈ, ਉਹ ਜੋ ਪਾਰ ਬ੍ਰਹਮ ਦੀ ਬਾਣੀ ਹੈ, ਉਹ ਜੋ ਕਲਿਆਣਕਾਰਨੀ ਬਾਣੀ ਹੈ, ਆਨੰਦਮਈ ਹੈ। ਔਰ ਸਦੀ ਵੀ ਇਹ ਨਹੀਂ ਬੋਲ ਅੱਜ ਨੇ, ਠਾਕਰ ਹਮਰਾ ਸਦ ਬੋਲੰਤਾ। ਪਰਮਾਤਮਾ ਦਾ ਬੋਲ ਕਦੀ ਖਤਮ ਨਹੀਂ ਹੁੰਦਾ, ਸਿਰਫ ਸੁਣਨ ਵਾਲਾ ਹਿਰਦਾ ਚਾਹੀਦਾ ਹੈ, ਘਟ ਘਟ ਵਾਧੇ ਨਾਲ। ਇਹ ਜੋ ਬੋਲ ਪਾਰ ਬ੍ਰਹਮ ਦੇ ਨੇ, ਤੇ ਸਾਨੂੰ ਕਿਸ ਤਰ੍ਹਾਂ ਪਤਾ ਚਲੇ ਇਹ ਬੋਲ ਪਾਰ ਬ੍ਰਹਮ ਦੇ ਨੇ? ਜੈਸੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਬੋਲ ਮੇਰੇ ਨਹੀਂ ਨੇ। ਤੇ ਜੈਸੇ ਮੈਂ ਆਵੇ ਖਸਮ ਕੀ ਬਾਣੀ, ਤੈਸਰਾ ਕਰੀ ਗਿਆਨ ਵੇਲਾ ਲੋ। ਜਿਹੜੇ ਬੋਲ ਮਨੁੱਖ ਦੇ ਦਿਮਾਗ 'ਚੋਂ ਨਿਕਲਦੇ ਨੇ, ਜ਼ਬਾਨ 'ਚੋਂ ਨਿਕਲਦੇ ਨੇ, ਪੁਰਾਣੇ ਹੋ ਜਾਂਦੇ ਨੇ, ਕਵਿਤਾਵਾਂ ਪੁਰਾਣੀਆਂ ਹੋ ਜਾਂਦੀਆਂ। ਪਰ ਜਿਹੜੇ ਖਸਮ ਦੇ ਬੋਲ ਨੇ, ਅਗਰ ਕੋਈ ਧਿਆਨ ਨਾਲ ਜਪੇਗਾ, ਰੋਜ਼ ਨਵੇਂ ਅਰਥ ਖੁੱਲਣਗੇ। ਹਰ ਪਾਠ ਤੋਂ ਬਾਅਦ ਨਵਾਂ ਅਰਥ ਖੁੱਲੇਗਾ, ਇੱਕ ਅਰਥ ਹੀ ਨਹੀਂ। ਸਾਹਿਬ ਮੇਰਾ ਨੀਤ ਨਵਾਂ, ਸਦਾ ਨਵਾਂ, ਕਿਉਂਕਿ ਖਸਮ ਦਾ ਬੋਲ ਹੈ, ਪੁਰਾਣਾ ਨਹੀਂ ਹੁੰਦਾ। ਔਰ ਖਸਮ ਦੇ ਬੋਲ ਉਦੋਂ ਮਨ ਸੁਣਦਾ ਹੈ, ਕਦੋਂ? ਜਦ ਮਨ ਬਿਲਕੁਲ ਚੁੱਪ ਕਰ ਜਾਂਦਾ ਹੈ। ਔਰ ਸਾਧਨਾ ਕਰਨ ਵਾਲੇ ਕੁਝ ਮਨੁੱਖ ਸਮਝ ਲੈਂਦੇ ਨੇ ਇਹ ਬੋਲ ਇਸ ਮਨੁੱਖ ਦੇ ਨਹੀਂ ਨੇ। ਕਹਿੰਦੇ ਨੇ ਪ੍ਰਿਥੀ ਚੰਦ ਨੇ ਵੀ ਕੋਈ ਰਚਨਾ ਰਚੀ ਸੀ ਤੇ ਗੁਰੂ ਰਾਮਦਾਸ ਜੀ ਕੋਲ ਲੈ ਗਏ, ਸਿਰਫ ਇਹ ਦਿਖਾਉਣ ਵਾਸਤੇ ਕਿ ਬਾਣੀ ਸਿਰਫ ਗੁਰੂ ਅਰਜਨ ਦੇਵ ਤੇ ਨਹੀਂ ਉਤਰਦੀ, ਅਰਜਨ ਦੇਵ ਤੇ ਹੀ ਨਹੀਂ ਉਤਰਦੀ। ਛੋਟੇ ਭਰਾ ਸਨ, ਇਹ ਵੱਡੇ ਸਨ, ਪ੍ਰਿਥੀ ਚੰਦ, ਮੇਰੇ ਤੇ ਵੀ ਉਤਰਦੀ ਹੈ। ਤੇ ਗੁਰੂ ਰਾਮਦਾਸ ਜੀ ਨੇ ਸਾਫ਼ ਕਿਹਾ, ਲੰਬੀ ਚੌੜੀ ਕਥਾ ਹੈ, ਪ੍ਰਿਥੀ ਚੰਦ ਇਹ ਬੋਲ ਇਹਨਾਂ ਦੇ ਤੇਰਾ ਦਿਮਾਗ ਹੈ, ਉਹ ਬੋਲ ਉਹਨਾਂ ਦੇ ਪਰਮਾਤਮਾ ਹੈ, ਈਸ਼ਵਰ ਹੈ। ਇਹ ਬੋਲ ਪੁਰਾਣੇ ਹੋ ਜਾਣਗੇ, ਉਹ ਸਦਾ ਨਵੇਂ ਬਣੇ ਰਹਿਣਗੇ। ਸਮਝ? ਕਹਿੰਦੇ ਨੇ ਪਹਿਲੀ ਮੁਸਲਮਾਨ ਇੱਕ ਇਸਤਰੀ ਹੋਈ, ਖਦੀਜਾ, ਹਜ਼ਰਤ ਮੁਹੰਮਦ ਸਾਹਿਬ ਦੀ ਪਤਨੀ। ਜਿਸ ਦਿਨ ਪਹਿਲੀ ਸਮਾਧੀ ਗੁਫਾ ਵਿੱਚ ਲੱਗੀ ਤੇ ਘਰ ਵਿੱਚ ਆਏ, ਕੰਬੜੀ ਛਿੜੀ ਹੋਈ ਸੀ। ਉਹ ਅਨੁਭਵ ਇਤਨਾ ਮਹਾਨ ਹੁੰਦਾ ਹੈ, ਉਹ ਰਸ ਇਤਨਾ ਮਹਾਨ ਹੁੰਦਾ ਹੈ ਤੇ ਜ਼ਿੰਦਗੀ 'ਚ ਮਨੁੱਖ ਦੇ ਪਹਿਲੀ ਦਫਾ ਹੀ ਉਤਰਦਾ ਹੈ। ਹੈਰਾਨਗੀ ਹੁੰਦੀ ਹੈ, ਬਿਸਮਾਦਮਈ ਹੁੰਦਾ ਹੈ। ਘਰ ਆ ਕੇ ਕੰਠ ਤੋਂ ਜਿਹੜੇ ਬੋਲ ਨਿਕਲੇ, ਇਹੀ ਕੁਰਾਨ ਦੀ ਆਇਤਾਂ ਨੇ। ਤੇ ਖਦੀਜਾ ਕਹਿੰਦੀ ਹੈ, ਹਜ਼ਰਤ ਇਹ ਬੋਲ ਤੁਹਾਡੇ ਨਹੀਂ ਨੇ, ਇਸ ਤਰ੍ਹਾਂ ਮੈਂ ਨਹੀਂ ਸੁਣੇ ਕਦੀ। ਇਹ ਬੋਲ ਤੁਹਾਡੇ ਨਹੀਂ ਹੋ ਸਕਦੇ, ਇਹ ਬੋਲ ਖੁਦਾਈ ਨੇ। तो मोहम्मद साहब कहने वाकई तू ठीक पकड़ की थी, मैं तो चुप कर गया, मैं तो बिल्कुल खामोश हो गया, पता नहीं खुदा की बोलता है। हो आपो बोल न जानदा हो कहा सब हुक्म आओ जियो। गुरु नानक देव जी कहते इस तरह का बोलना, इस तरह का कहना तो मैं जानता ही नहीं, मैनू पता ही नहीं, पता नहीं खसम की बोले, पता नहीं परमात्मा की बोले। ये बोल कतई पुराने नहीं होंगे, सदा नवे बने रहंदे, सदा गहराई बनी रहंदी है।
ਅਗਰ ਕੋਈ ਇਹਨਾਂ ਨੂੰ ਜਪੇ, ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਬਖਾਣੀ। ਇਸ ਤਰ੍ਹਾਂ ਦੀ ਜਿਹੜੀ ਬਾਣੀ ਹੈ, ਸਤ ਸੁਹਾਨ ਸਦਾ ਮਨ ਚਾਓ, ਸਦੀਵੀ ਹੈ, ਅਮਰ ਹੈ ਔਰ ਅਤਿਅੰਤ ਸੁੰਦਰ ਹੈ ਔਰ ਆਨੰਦ ਸਰੂਪ ਹੈ। ਸਦੀਵੀ ਖੇੜਾ ਹੈ ਉਸਦੇ ਚ, ਸਦੀਵੀ ਰਸ ਹੈ। ਹਾਂਜੀ। ਕਵਣ ਸਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ। ਇੱਥੇ ਸਤਿਗੁਰੂ ਦੇਵ ਜੀ ਮਹਾਰਾਜ ਖਿਆਲ ਦੀ ਧਾਰਾ ਨੂੰ ਬਦਲਦੇ ਨੇ ਕਿ ਅਗਰ ਐਸੀ ਅਵਸਥਾ ਵੀ ਕਿਸੇ ਦੀ ਬਣ ਗਈ ਹੈ, ਬੂੰਦ ਸਾਗਰ ਦੇ ਚ ਵੀ ਲੀਨ ਹੋ ਗਈ ਹੈ, ਸਤਚਿਤ ਆਨੰਦ ਵੀ ਕੋਈ ਹੋ ਗਿਆ, ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਹੁਣ ਪ੍ਰਮਾਤਮਾ ਦੀ ਉਹ ਪੂਰੀ ਮਹਿਮਾ ਬਖਾਨ ਕਰ ਸਕਦਾ ਹੈ ਔਰ ਉਸ ਦੀ ਸਾਰੀ ਹੋਂਦ ਦਾ ਜ਼ਿਕਰ ਕਰ ਸਕਦਾ ਹੈ। ਸਾਹਿਬ ਕਹਿੰਦੇ ਨੇ ਅਗਰ ਕਿਸੇ ਗ੍ਰੰਥਾਂ 'ਚ ਇਸ ਤਰ੍ਹਾਂ ਦੇ ਲੇਖ ਹਨ, ਇਸ ਤਰ੍ਹਾਂ ਦਾ ਲਿਖਿਆ ਹੋਇਆ ਕੋਈ ਲੇਖ ਮਿਲਦਾ ਹੈ, ਉਸ ਦੇ ਆਪਣੇ ਦਿਮਾਗੀ ਹੋਣਗੇ, ਉਹ ਅਨੁਭਵ ਪ੍ਰਕਾਸ਼ ਨਹੀਂ ਹੈ। ਸਾਹਿਬ ਜੋ ਕੁਝ ਇੱਥੇ ਕਹਿ ਰਹੇ ਨੇ ਪੜ੍ਹਨਾ। ਕਵਣ ਸਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ। ਦਿਨ ਕਿਹੜਾ ਸੀ, ਰਾਤ ਕਿਹੜੀ ਸੀ, ਸਮਾਂ ਕਿਹੜਾ ਸੀ, ਮਹੀਨਾ ਕਿਹੜਾ ਸੀ, ਕਿਹੜੀ ਥਿਤ ਸੀ, ਕਿਹੜੀ ਰੁੱਤ ਸੀ। ਹਾਂਜੀ। ਕਵਣ ਸੇ ਰੁੱਤੀ ਮਾਹੋ ਕਵਣ, ਜਿਤ ਹੋ ਆਇਆ ਕਾ। ਮਹੀਨਾ ਕਿਹੜਾ ਸੀ, ਰੁੱਤ ਕਿਹੜੀ ਸੀ ਜਦੋਂ ਇਹ ਆਕਾਰ ਹੋਇਆ, ਕਿਉਂਕਿ ਸੰਸਾਰ ਹੋਇਆ ਇਹਦੇ ਉੱਤੇ ਬੜੀਆਂ ਵਿਚਾਰਾਂ ਨੇ, ਬੜਾ ਕੁਝ ਹੈ। ਤੇ ਸਮਾਂ ਕੋਈ ਕਿਵੇਂ ਲਿਖੇਗਾ, ਸਮਾਂ ਤੇ ਹੈ ਹੀ ਨਹੀਂ ਸੀ, ਸੂਰਜ ਤੇ ਹੈ ਹੀ ਨਹੀਂ ਸੀ, ਤੇ ਸੂਰਜ ਦੇ ਨਾਲ ਸਮਾਂ, ਤੇ ਜਦ ਸੂਰਜ ਹੀ ਨਹੀਂ ਸੀ ਤੇ ਕੋਈ ਸਮਾਂ ਲਿਖੇਗਾ, ਗਲਤ ਲਿਖ ਦੇਗਾ, ਅੰਦਾਜ਼ੇ ਲਾਏਗਾ, ਗਲਤ ਲਾਏਗਾ। ਸਾਹਿਬ ਇੱਥੇ ਕਹਿੰਦੇ ਨੇ ਜਿਤ ਹੋਆ ਆਕਾਰ, ਉਹ ਸਮਾਂ ਕਿਹੜਾ ਸੀ ਜਦੋਂ ਇਹ ਸਾਰੀ ਸ੍ਰਿਸ਼ਟੀ ਦੀ ਸਾਜਨਾ, ਸਾਰੇ ਬ੍ਰਹਿਮੰਡ ਦੀ ਸਾਜਨਾ ਉਸ ਪਰਿਪੂਰਨ ਪਰਮਾਤਮਾ ਨੇ ਕੀਤੀ। ਹਾਂਜੀ। ਵੇਲ ਨ ਪਾਈਆ ਪੰਡਤੀ ਜੇ ਹੋਵੇ ਲੇਖ ਪ੍ਰਾਨ। ਬੜੇ ਬੜੇ ਵਿਦਵਾਨ ਮਹਾਪੰਡਤ, ਉਪਨਿਸ਼ਦਾਂ ਦੇ ਗਿਆਤਾ, ਵੇਦਾਂ ਦੇ ਗਿਆਤਾ, ਆਖਿਰ ਉਹਨਾਂ ਨੇ ਵੀ ਅੰਤ ਮਹੀਨਾ ਰੁੱਤ ਨਹੀਂ ਲਿਖੀ। ਕਹਿੰਦੇ ਨੇ ਨਾਲ ਕੁਟੰਬ ਸਾਥ ਵਰਦਾਤਾ, ਬ੍ਰਹਮਾ ਭਾਲਣ ਸ੍ਰਿਸ਼ਟ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਾਅਦ ਬ੍ਰਹਮੇ ਨੇ ਪਹਿਲੀ ਕੋਸ਼ਿਸ਼ ਕੀਤੀ, ਮੈਂ ਦੇਖਦਾ ਕਿ ਜਗਤ ਦੀ ਰਚਨਾ ਕਦੋਂ ਹੋਈ ਤੇ ਕਿਵੇਂ ਹੋਈ। ਆਗੇ ਅੰਤ ਨਾ ਪਾਇਓ ਤਾਂ ਕਾ ਕੰਸ ਛੇਦ ਕਿਆ ਵੜਿਆ ਪਿਆ। ਆਖਿਰ ਬ੍ਰਹਮੇ ਦੀ ਜ਼ਬਾਨ ਤੋਂ ਨਿਕਲਿਆ ਨੇਤੀ ਨੇਤੀ, ਭਾਵ ਬੇਅੰਤ ਹੈ, ਬੇਅੰਤ ਹੈ। ਜੋ ਕੁਛ ਮੈਂ ਲੱਭਿਆ ਹੈ ਇਹ ਅੰਤ ਨਹੀਂ ਹੈ, ਨੇਤੀ ਨਹੀਂ ਹੈ, ਨਹੀਂ ਹੈ, ਭਾਵ ਅੰਤ ਨਹੀਂ ਲੱਭ ਸਕਦਾ, ਮੈਂ ਨਹੀਂ ਲੱਭ ਸਕਦਾ, ਉਹ ਬੇਅੰਤ ਹੈ, ਬੇਅੰਤ ਹੈ। ਸਾਹਿਬ ਕਹਿੰਦੇ ਨੇ ਅਗਰ ਇਸ ਤਰ੍ਹਾਂ ਦੀ ਰੁੱਤ, ਮਹੀਨਾ ਤੇ ਉਤਪਤੀ ਦੇ ਕਾਰਨ ਕਿਧਰੇ ਪੰਡਤਾਂ ਨੂੰ ਮਿਲੇ ਹੁੰਦੇ ਤੇ ਪੁਰਾਣਾਂ ਦੇ ਚ ਲੇਖ ਹੁੰਦੇ, ਉਪਨਿਸ਼ਦਾਂ ਦੇ ਚ ਹੁੰਦੇ, ਵੇਦਾਂ ਦੇ ਚ ਹੁੰਦੇ। ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ। ਉਸ ਸਮੇਂ ਦੀ ਪਕੜ ਕਾਜ਼ੀਆਂ ਨੂੰ ਵੀ ਨਹੀਂ ਆਈ, ਇਸਲਾਮ ਦੇ ਬਾਨੀ ਨੂੰ ਵੀ ਨਹੀਂ ਆਈ, ਨਹੀਂ ਤੇ ਕੁਰਾਨ ਵਿੱਚ ਇਸ ਤਰ੍ਹਾਂ ਦਾ ਲੇਖ ਹੋਣਾ ਚਾਹੀਦਾ ਸੀ, ਜਦ ਕਿ ਨਹੀਂ ਹੈ। ਹਾਂਜੀ। ਇਤਵਾਰ ਨਾ ਜੋਗੀ ਜਾਣਾ, ਰੁੱਤ ਮਾਉ ਨਾ ਕੋਈ। ਬੜੇ ਤੋਂ ਬੜੇ ਜੋਗੀ ਮਛੰਦਰਨਾਥ ਔਰ ਗੋਰਖਨਾਥ, ਉਹ ਵੀ ਨਹੀਂ ਜਾਣਦੇ ਇਹ ਸਿਰਜਣਾ ਕਦੋਂ ਹੋਈ, ਕਿਵੇਂ ਹੋਈ ਔਰ ਕਿਸ ਹਿਸਾਬ ਕਿਤਾਬ ਦੇ ਨਾਲ ਹੋਈ। ਵਰਨਾ ਇਹਨਾਂ ਦੇ ਜੋਗ ਮਤ ਦੇ ਗ੍ਰੰਥਾਂ ਵਿੱਚ ਇਸ ਤਰ੍ਹਾਂ ਦੇ ਲੇਖ ਹੋਣੇ ਚਾਹੀਦੇ ਸਨ, ਇਸ ਤਰ੍ਹਾਂ ਦੇ ਬੋਲ ਹੋਣੇ ਚਾਹੀਦੇ ਸਨ। ਜਾਂ ਕਰਤਾ ਸੇਠੀ ਕੋ ਸਾਜੇ, ਆਪੇ ਜਾਣੈ ਸੋਈ। ਜਿਨ੍ਹਾਂ ਕਾਰਨਾ ਕਰਕੇ ਤੇ ਜਦੋਂ ਸ੍ਰਿਸ਼ਟੀ ਸਾਜੀ, ਉਸ ਕਰਤੇ ਪੁਰਖ ਨੇ ਬ੍ਰਹਿਮੰਡ ਦੀ ਸਾਜਨਾ ਕੀਤੀ, ਉਹ ਆਪ ਹੀ ਜਾਣਦਾ, ਹੋਰ ਕੋਈ ਨਹੀਂ ਜਾਣਦਾ। ਕੋਈ ਸਹੀ ਅੰਦਾਜ਼ਾ ਨਹੀਂ ਦੱਸ ਸਕਦਾ, ਕੋਈ ਉਸ ਬੇਅੰਤ ਦੀ, ਇਸ ਲੀਲਾ ਦੀ ਅੰਤ ਤੇ ਬੁਨਿਆਦ ਨਹੀਂ ਲੱਭ ਸਕਦਾ। ਹਾਂਜੀ। ਕਿਉ ਕਰ ਆਖਾਂ ਕਿਉ ਸਾਲਾਈ, ਕਿਉ ਵਰਣੀ ਕਿਉ ਜਾਣਾ। ਸਾਹਿਬ ਕਹਿੰਦੇ ਨੇ ਕਿਸ ਤਰ੍ਹਾਂ ਬਿਆਨ ਕਰੀਏ ਤੇ ਕਿਵੇਂ ਜਾਣੀਏ। ਭਾਵੇਂ ਯਤਨ ਤੇ ਹਰ ਸਿਆਣੇ ਤੋਂ ਸਿਆਣੇ ਮਨੁੱਖ ਨੇ ਕੀਤੇ ਨੇ, ਪਰ ਬਿਆਨ ਕਿਸ ਤਰ੍ਹਾਂ ਕਰਨ, ਵਰਣਨ ਕਿਸ ਤਰ੍ਹਾਂ ਕਰਨ, ਲਿਖਣ ਕਿਸ ਤਰ੍ਹਾਂ, ਕਿਉਂਕਿ ਅੰਤ ਹੱਥ ਦੇ ਚ ਨਹੀਂ ਆਇਆ, ਬੇਅੰਤ ਹੈ, ਬੇਅੰਤ ਹੈ। ਹਾਂਜੀ। ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਉਂਝ ਬੜੇ ਤੋਂ ਬੜੇ ਸਿਆਣੇ ਹੋਏ ਨੇ, ਇੱਕ ਤੋਂ ਇੱਕ ਹੋਏ ਨੇ, ਅੱਗੇ ਤੋਂ ਅੱਗੇ ਹੋਏ ਨੇ, ਕੋਸ਼ਿਸ਼ ਵੀ ਕੀਤੀ ਹੈ, ਵਿਖਿਆਨ ਵੀ ਕੀਤੇ ਨੇ,
लेकिन फिर आखिया यही है बेअंत है, अंत नहीं पा सकते। हाँ जी। वड्डा साहिब वड्डी नाई कीता जां का होवे, वो महान है, उसकी महिमा महान है, और जितना महान है उसका कीता होया भी उतना ही महान है। तो जे उसकी नाप तोल या किसी होर पैमाने नाल नापना औखा है, ਉਹਦੀ कृत ਨੂੰ भी नहीं नापिया जा सकता। उसने की कुछ बनाया है, किवें नापीए, किवें तोलीए, किवें उसकी जो है गिनती करिए। भाव करते दी कृत भी बेअंत है, अनंत है। हाँ जी। नानक जे को आपो जाने अगे ज्ञान सो है। अगर कोई दावा करे कि मैं जानदा, कोई साइंटिस्ट, कोई विज्ञानक ये दावा करे कि मैं जानदा, ये दावा उसका झूठ होवेगा और अगे शोभा भी नहीं पाएगा। अपनी जिंदगी, अपना जन्म ख्वारी विच व्यतीत करेगा। भाव ये अंत कोई भी नहीं पा सकता, बेअंत है। कथाकारां ने इहदे उत्ते एक छोटी जी कथा लिखी, कह के मैं समाप्ति करदे हां। कहंदे ने नमक दीयां छोटियां छोटियां डलियां बहस कर रही सन, सागर इतना है, सागर इतना है, सागर इतना है। चर्चा चल रही सी। पंचदशी के करते ने कहानी लिखी है। आखिर नमक की एक डली कहन लगी, आपस में जो असी बहस मुबासा कर रहे हैं तो किसी नतीजे ते नहीं पहुंचे। मैं जांदी हां सागर दे ते मैं वापस आके दसांगी सागर किन्ना है। पंचदशी का करता लिखदा है, मुद्दतां हो गई, जुग लंघ गए ने, वो नमक दीयां डलियां उड़ीक पईयां करदियां ने, वो आवे ते सानू दसे सागर किन्ना है, सागर किन्ना है। जेड़ा भी उसका अंत पाण गया है, बेअंत दे च लीन हो गया, अंत कहण जोगा नहीं रहा, बिस्मात हो गया। और उसने साफ कह दिता, कहो कबीर गूंगे गुड़ खाया, पूछे तो क्या कहिए, बिसम बिसम बिस्मे ही भइए, लाल गुलाल रंगारे, कहो नानक संतन रस आई है, ज्यों चाख गूंगा मुस्कारे। तो साहब इत्थे कहंदे ने भावना जिथे अंकित हो गई, भगत प्रभु विच लीन हो गया, लेकिन अंत वो भी नहीं पा सकेगा, पूरा बयान वो भी नहीं कर सकेगा। आनंद माणेगा, रस माणेगा, जन्म मरण तो रहत हो गया, लेकिन आखे हुण मैं गिणती मिणती करके सारा पसारा बयान करा। साहब कहंदे नहीं तो अज तक भगतां ने सारा पसारा बयान कीता हुंदा, किसी धर्म ग्रंथ दे च नहीं है। इस तरह की गिणती मिणती किसी धर्म ग्रंथ दे च नहीं है। इस तरह की गिणती मिणती किसी अवतार ने बयान नहीं की, किसी भगत ने बयान नहीं की। तो ये पौड़ी इत्थे समाप्त होंदी है। अद की मैं बहुत पौड़ियां दी विचार नहीं कर सकिया। इस पौड़ी ने काफ़ी दिन मैनू रोकी रखे, तो लफ्ज़ मैं फिर दोहरांदा पिया। जो मनुख काल विच जी रहा है, जमदा रहेगा, मरदा रहेगा, पुन भी करता रहेगा, तो जितने पुन करेगा उतने ही नाल पाप करता रहेगा। सच भी बोलता रहेगा, झूठ भी बोलता रहेगा, सत्संग भी करता रहेगा, कुसंगत भी करता रहेगा, दान भी देंदा रहेगा, बेईमानी भी करता रहेगा, सब कुछ चलता रहेगा। जिन्ने चिर तक ये अकाल दे च नहीं आउंदा, ये पुनीत नहीं आउंदा, ये भगत नहीं बनता। ते काल तो अकाल दे च आउण दा द्वार है वर्तमान, समय का एक छोटा भाग। और जिहड़ा इत्थे आ जाए फिर उम्मीद है ये हुण उत्थे पहुंच सकता जिथे समा नहीं है, जिहदे च वक्त नहीं है। छोटी छोटी घटनावां कदी घटदियां ने जिंदगी। कोई संगीत की धुन सुनदियां सुनदियां घंटा इंज लंघ गया जिवें एक मिनट। कोई कविता, कोई रस विच ऐसे डुबे, दिन इस तरह लंघ गया जिवें 5 मिनट। जिस समा छोटा हो सकता है, समा मिट सकता है। जे काल छोटा हो सकता है, काल खत्म हो सकता है। और जिथे काल नहीं, उस महा आनंद दे समा नहीं है, काल नहीं है। इस वास्ते उन्होंने कहा अकाल। काल ते जाल है, समा ते जाल है, और समा ते बोझ है। काल जाल जम जो ना साके, सच का फंथा थाटे हो। जितने चिर तक मनुख काल दे च जमदा रहेगा, मरदा रहेगा, सिलसिला चलता रहेगा, ये चलता रहेगा।
बुनियादी नुकता दास ने आप जी के सामने बयान करके रख दिता है और यह भी ठीक कठिन है, औखा है। ये कथा कर लेनी कोई इतनी औखी नहीं तो सुन लेनी भी औखी नहीं। सारी सारी रात कीर्तन कर लेना भी कोई औखा नहीं। तो मैं ऐसे पाठी भी देखे ने जो 18-18 घंटे पाठ रोज कर रहे हैं इंडिया दे, ऐसे देखे ने मैं 18-18 घंटे पाठ। ये सब कुछ सरीरक मेहनत है। एक सैकंड दे आ जाना, एक दम दे आ जाना, वर्तमान दे आ जाना कठिन है, क्योंकि वर्तमान दे आया होया मनुख अकाल दे नेड़े आ गया है और अकाल दे लीन हो जाएगा। साहिब रहमत करन कथा सुन के ते कथा सुना के तुहाडे पल्ले पै, मेरे पल्ले पै, और इसे जीवन दे असी अकाल विच लीन हो सकीए ताकि जन्म मरण के जंजाल तो बच सकीए। इतनी सेवा प्रवान करने जो कुछ गुरु ने समझ दी सी तुझ बुद्धि अनुसार दास थोड़े सामने रखता रहा। फिर जिंदगी रही, सेहत रही। अगले साल जून जुलाई दे थोड़े दर्शन करांगे। एक हफ्ते का समा दास ने इत्थे लॉन्ग आइलैंड गुरुद्वारे दिता है, तो कल तो दास ने उत्थे हाजरी भरनी है। इस तो बाद दास ने इंडिया वापस चले जाना है, क्योंकि फिर अक्तूबर का सारा महीना दास ने दरबार साहब हाजरी भरनी होंदी है। मैं सारियां दा हार्दिक तौर पर धन्यवाद करदा, मुखी सजना का हार्दिक तौर पर धन्यवाद। तो हर साल जो याद करा देंदे ने फोन करके सेठी साहब, इन्हां दा भी हार्दिक तौर पर धन्यवाद। साहिब रहमत करन, सारियां दा शौक बनाई रखन, रस बनाई रखन, ताकि इसे जीवन विच अकाल की झलक प्राप्त हो सके। बार बार शुकराना धन्यवाद करदे होया आप तो क्षमा की याचना ते फतेह दास की प्रवान करनी। वाहिगुरू जी का खालसा, वाहिगुरू जी की फतेह।